फिर ऐसा कहने कि चीज एक पाक जिवें पुराने भज लोग निकलने अच्छा मेरे अंदर जाते नहीं तो मैं घबराई नहीं हाँ अग ला देंगे जिन्हें कुछ होना है फिर मैं बाहर भज गई जिन्हें जो सुकून नहीं होता जिससे पानी नहीं पींदी सरकार पानी से ढा ढा के पियाने ਇਹਦੀ ਮੈਨੂੰ ਅੱਗ ਲੱਗਦੀ ਹੈ। कहते मेरे दिल ते ना कीड़े चलते ने मैं पानी पीनी है ਜਿਹੜਾ ਨਕਸ਼ਾ ਵਾਲਾ ਤੁਸੀਂ ਦਿੱਤਾ ਹੈ हाँ जी ਉਹਦਾ ਨਕਸ਼ ਪਾਣੀ ਪਾਣੀ ਚ ਫਟਿਆ ਤੇ ਨਹੀਂ ਨਹੀਂ ਹਾਲੇ ਪੂਰਾ ਸਾਬਤ ਉਸੇ ਤਰ੍ਹਾਂ ਸਾਬਤ ਹੀ ਇਹ ਤੇ ਅਸੀਂ ਜ਼ਬਰਦਸਤੀ ਪਰਸੋਂ ਭੈਣ ਮੇਰੀ ਨੇ पानी पिलाया बाबा जी अग लग गई तो पूरा नहीं करके सेने का अग बहा दी ऐसा बाल दी अग बहा दी नहीं पीता ने 3 दिन हो गए पानी नहीं पीता ਜੁਮੇਰਾਤ ਤੋਂ ਪਾਣੀ ਨਕਸ਼ ਗਲੇ ਜੀ हाँ जी ਚਮੜੇ ਜੀ ਬਿਮਾਰ ਹਾਂਜੀ ਤੇ ਹਸਪਤਾਲ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਮੈਨੂੰ ਕਹਿੰਦੀ ਸੀ ਮੈਨੂੰ ਲੈ ਕੇ ਚੱਲੋ ਹਸਪਤਾਲ ਤੇ ਕਹਿੰਦੀ ਮੇਰੇ ਅਲਟਰਾਸਾਊਂਡ ਕਰਾ ਮੇਰੇ ਗੁਰਦੇ ਮੇਰੇ ਉਹਨਾਂ ਨੇ ਗੁਰਦੇ ਖਰਾਬ ਕਰਤੇ ਨੇ ਮੇਰੇ ਗੁਰਦੇ ਮੈਂ ਕਿਹਾ ਤੇਰੇ ਗੁਰਦੇ ਸਹੀ ਗਏ ਨੇ ਕੁਛ ਨਹੀਂਗਾ ਕਹਿੰਦੀ ਮੇਰੀ ਅਲਟਰਾਸਾਊਂਡ ਕਰਵਾਓ ਮੈਨੂੰ ਡਾਕਟਰ ਕੋਲ ਟੈਸਟ ਕਰਵਾਓ ਦੱਸੋ ਹੁਣ ਅਸੀਂ ਉੱਥੇ ਚੈੱਕ ਕਰਾਈਏ ਕਿ ਤੇਜ਼ ਮੈਂ ਕਿਹਾ ਤੈਨੂੰ ਸਰਕਾਰਾਂ ਕੋਲ ਡਾਕਟਰ ਕੋਲ ਤੇ ਪੁੱਛਾਣਾ ਹੀ ਨਹੀਂ ਦਾ ਹਾਂ। ਸਹੀ ਹੈ ਉਹ ਦੱਸੋ ਉੱਥੇ ਚਲੇ ਵੀ ਜਾਣਗੇ ਨਾ ਤੇ ਡਾਕਟਰਾਂ ਕੋਲ ਕੁਛ ਆਏਗਾ ਨਹੀਂ ਉਹ ਸਾਨੂੰ ਦਵਾਈ ਲਿਖੀ ਦੇ ਅਗਰ ਮਸਲਾ ਆਏਗਾ ਤੇ ਮੈਡੀਸਨ ਲੈਣਗੇ ਨਾ ਉਹ ਉਲਟਾ ਕਹਿਣਗੇ ਵੀ ਇਹ ਐਵੇਂ ਗਲਤ ਬਿਆਨੀ ਕਿਉਂਕਿ ਉਹਨਾਂ ਦਾ ਇਹਨਾਂ ਚੀਜ਼ਾਂ ਨਾਲ ਨਹੀਂ ਭਾਈ ਕਿ ਮੈਂ ਕਿਹਾ ਸਰਕਾਰ ਤੈਨੂੰ ਜੋ ਕਹਿਣਗੇ ਨਾ ਤਾਂ ਅਸੀਂ ਟੈਸਟ ਵੀ ਕਰਵਾ ਦਾਂਗੇ ਉਹਨਾਂ ਦੀ ਜ਼ਰੂਰਤ ਨਹੀਂ ਜੇ ਵੈਸੇ ਤੇਰੇ ਦਿਲ ਦੀ ਤਸੱਲੀ ਨਹੀਂ ਕਰਨਾ ਹੈ ਤੇਰਾ ਪਤਾ ਲੈਣਾ ਹੈ ਕਿਸੇ ਨੇ ਮਸ਼ੀਨ ਤੱਕ ਜਾ ਕੇ ਵਾਪਸ ਆਣਾ ਹੈ ਠੀਕ ਹੈ ਉਹ ਸੂਈਆਂ ਲਾਉਣਗੇ ਤਕਲੀਫ ਦੇਣਗੇ ਫਾਇਦਾ ਹੀ ਕੋਈ ਨਹੀਂ ਜਾਂਦਾ और सरकार में फिर चीखा मार पे नहीं दिल घबराने में तो करना खौफ ज़्यादा ही होता है क्योंकि क्या था बुजुर्ग भी नहीं आते साढ़े पंजी मावां धीनियां ढेरी महाइयां खालसी तो कहने ਸ਼ਾਹੀ ਲਿਬਾਸ ਵਾਲੇ ਮੇਰੇ ਛੋਟੇ ਬਾਹਰ तो कहने कब्रस्तान च इसी आने जाने असी कुछ नहीं हर किसी ते घुटेरियां दित्तियां 50 मावां धियां 4 असी एक मेरी भैन को आई कहती भी आ रही मैनू पता नहीं है असी तू सुत्ते बिठाया कि तेरी भैन आ रही ओदा नाम दिता सी हाँ जी वो खौफ जी जी ख्वाबा दिखाने ਮੈਂ ਤੇ ਆਂਦੀ ਵੀ ਸੀ ਬਈ ਸਰਕਾਰ ਅਸੀਂ ਬੜੇ ਧੱਕੇ ਨਾਲ ਲੈ ਕੇ ਆਏ ये मैं नहीं डाल ਮੈਂ ਤਾਂ ਜ਼ਬਰਦਸਤੀ ਰਕਸ਼ੇ 'ਚ ਬਿਠਾਇਆ ਹੈ ਜੇ ਤੂੰ ਜਾਣਾ ਹੈ ਤੇ ਲੈ ਕੇ ਜਾਣਾ ਜਿਵੇਂ ਸਰਕਾਰ ਕਹਿੰਦੀ ਫਿਰ ਤੈਨੂੰ ਨਹੀਂ ਨਾ ਬੁਲਾਉਣਗੇ ਤੇ ਫਿਰ ਅਸੀਂ ਤੈਨੂੰ ਨਹੀਂ ਬੁਲਾਵਾਂਗੇ ਤੂੰ ਜਾਣਾ ਹੈ ਕਹਿੰਦੀ ਮੈਂ ਨਹੀਂ ਜਾਣਾ ਮੇਰੀ ਮੌਤ ਹੈ ਉੱਥੇ ਕੀ ਮਸਲਾ ਸੀ ਕੀ ਨਜ਼ਰ ਆਇਆ ਕੋਈ ਚੀਜ਼ ਨਜ਼ਰ ਆਉਂਦੀ ਸੀ ਆਉਣ ਦੇ ਦੌਰਾਨ ਵੀ ਉਹ ਕੀ ਹੋਇਆ? नई चीज नजर नहीं आ रही सरकार होगी बुजुर्ग नजर आ रहा चेहरा सामने आ रहा और जो मैं घर च बैठी हुई है तो नाम आता है बिच सीने च खुब जाता है तो ऐसा जिसम हालात है अंदरों जिन्हें चीरता करती सीने चीरता तो खौफ ज़्यादा ही नहीं कभी अल्लाह का नाम ही बढ़ जाता है कभी अलिफ आई जाता है तो कभी बे है ਸਰਕਾਰ ਮੈਨੂੰ ਮਾਫੀ ਲਿਆ ਕੇ ਦਵੋ ਇਹਨਾਂ ਤੋਂ ਇਹਦਾ ਪੁੱਤਰ ਕੋਈ ਐਸਾ ਕੰਮ ਹੋਇਆ ਹੈ, ਤੁਸੀਂ ਇੱਕ ਕੰਮ ਕਰ ਬੈਠੇ ਜੇ ਔਰ ਅੱਜ ਦਾ ਰੀਤ ਹੈ ਪੁਰਾਣਾ ਹੈ ਕੋਈ ਘਰੇਲੂ ਮਾਮਲਾ ਸੀ ਜਾਂ ਕੋਈ ਵਜ੍ਹਾ ਸੀ ਤੁਸੀਂ ਕੋਈ ਮੰਨਤ ਮੰਨੀ ਸੀ ਠੀਕ ਹੈ ਚਾਹੇ ਬੱਚੀ ਨੇ ਮੰਨੀ ਹੈ ਜਾਂ ਵੈਸੇ ਬੈਠਿਆ ਤੁਸੀਂ ਸਸਰੀ ਮੂੰਹ ਅਲਫਾਜ਼ ਨਿਕਲ ਗਏ ਨੇ ਵੀ ਫਲਾਣਾ ਕੰਮ ਮਾਲਕ ਖੈਰ ਕਰਨ ਤੇ ਅਸੀਂ ਇਹ ਕੰਮ ਕਰਾਂਗੇ ਠੀਕ ਹੈ ਉਹਦੇ ਤੇ ਤੁਸੀਂ ਪੂਰੇ ਨਹੀਂ ਉਤਰੇ ਸਰਕਾਰ ਅਸੀਂ ਕਿਹੜੀ ਮਦਦ ਮਿਲਣੀ ਕੋਈ ਕਿਸੇ ਵੀ ਬਜ਼ੁਰਗ ਦੀ ਨਾ ਕੋਈ ਯਾਦ ਕਰਨਾ ਤੁਹਾਨੂੰ ਯਾਦ ਜ਼ਰੂਰ ਆ ਜਾਏਗਾ ਯਾਦ ਹੈ ਬੱਚੀ ਨੇ ਕੀਤਾ ਹੈ, ਇਹਨੇ ਕੋਈ ਮੰਨਤ ਮੰਨੀ ਹੋਏਗੀ ਇਹ ਬੜੀਆਂ ਮੰਨਤਾਂ ਠੀਕ ਹੈ ਜਾਂ ਤੁਸੀਂ ਉਹ ਅਸੀਂ ਵਾਜਬ ਅਦਾ ਨਹੀਂ ਕੀਤੀ ਮੈਂ ਠੀਕ ਸਰਕਾਰ ਹੈ ਔਰ ਜਿਹੜੇ ਬਜ਼ੁਰਗ ਦੱਸ ਰਹੀ ਹੈ ਨਾ ਉਹ ਫਰਿਸ਼ਤੇ ਦਾ ਨਾਮ ਹੈ ਹਜ਼ਰਤ ਜਿਬਰਾਈਲ अलैहिस्सलाम बिल्कुल ठीक दस रही है निज़ाम उन्होंने सारे मामलात बाद भी ऐसे तरह ही होएगा सब कुछ इस तरह ही है निज़ाम ठीक है उनका तुसी एक काम दो तरह का है या तो जे अगर तुसी कर सको तो देगाल है ना जोड़ा वो मुश्किल हो जाना थोड़े हालात हो जाते हैं मामलात तुसी खुद ही करना है खुद ही चलाना है निज़ाम वो नहीं होना मुश्किल हो जाएगा जी सब तो बेहतर है कि एक पग लवो जी खुला टैप होंगी है अक्सर असी शादियां ते भी लोगों ने पाया होंगे खुला होंगे एक वो लवो कलर लवो ब्लैक या ग्रीन ठीक है एक जुत्ती लवो तो नीयत ये करनी है भी उन्होंने नाम की लै रहा ठीक है वो देनी है किसी भी सैयद नूं
ਇਹ ਨਹੀਂ ਮੇਰੇ ਦੱਸਣ ਦਾ ਮਕਸਦ ਵੀ ਤੁਸੀਂ ਆਖੋ ਆਪ ਮੰਗ ਰਹੇ ਨੇ, ਉਹ ਜ਼ਰੂਰੀ ਨਹੀਂ ਮੇਰੇ ਕੋਲ ਲਿਆਣਾ। ਉਹ ਜਿਹਨੂੰ ਮਰਜ਼ੀ ਤੁਸੀਂ ਕਿਸੇ ਵੀ ਸੈਯਦ ਨੂੰ ਦੇ ਸਕਦੇ ਜੇ, ਮੈਨੂੰ ਦੇ ਦਿੱਤੀ ਹੈ, ਕਿਸੇ ਨੂੰ ਦੇ ਦਿੱਤੀ। ਪਰ ਲੋਕ ਮੇਰੇ ਕੋਲ ਆਉਣ ਤੋਂ ਪਹਿਲੇ ਜਾਂ ਕਿਸੇ ਦੂਸਰੇ ਵੀ ਸੈਯਦ ਕੋਲ ਜਾਣ ਤੋਂ ਪਹਿਲੇ ਘਰ 'ਚ ਤੁਸੀਂ ਨੀਅਤ ਕਰਨੀ ਹੈ ਵੀ ਅਸੀਂ ਇਸ ਨੀਅਤ ਨਾਲ ਲੈ ਕੇ ਜਾ ਰਹੇ ਹਾਂ। ਠੀਕ ਹੈ, ਜੁੱਤੀਆਂ ਨੇ ਨਾ ਜਿਹੜੀਆਂ ਬਾਜ਼ਾਰੀ ਇਹ ਨਹੀਂ ਚੱਲਦੀਆਂ ਉਹਨਾਂ ਅਰਥੀਆਂ ਦੀ। ਠੀਕ ਹੈ, ਉੱਥੇ ਤੁਹਾਡੇ ਕੋਲ ਵਾਧੂ ਬੈਠੇ ਨੇ, ਕਿਸੇ ਕੋਲੋਂ ਵੀ ਚਮੜੇ ਦੀ ਜੁੱਤੀ ਲੈ ਲੈਣਾ। ਚਮੜੇ ਦੀ? ਹਾਂ, ਗੁੱਸਾ ਮਿਲ ਜਾਂਦਾ ਹੈ ਨਿਜ਼ਾਮ ਕਿਸੇ ਟੈਪ ਜਿਹੜੀਆਂ ਹੁੰਦੀਆਂ ਨੇ, ਚਮੜੇ ਦੀ ਜੁੱਤੀ ਲਵੋ। ਠੀਕ ਹੈ, ਤੇ ਜਾਣ ਤੋਂ ਪਹਿਲੇ ਵੀ ਨੀਅਤ ਕਰਨੀ ਹੈ ਵੀ ਇਹ ਜਿਹੜੀ ਚੀਜ਼ ਪਰਚੇਜ਼ ਕਰ ਰਿਹਾ ਸੀ ਇਸ ਨੀਅਤ ਲਈ ਕਰ ਰਿਹਾ। ਠੀਕ ਹੈ, ਹੋਰ ਘਰ ਲੈ ਕੇ ਰੱਖਣ ਦੇ ਵੀ ਉਹ ਇੰਝ ਰੱਖਣੀ ਹੈ ਵੀ ਇਹ ਸਾਡੇ ਕੋਲ ਮਾਨਤ ਹੈ। ਮਾਨਤ ਹੈ, ਬਿਲਕੁਲ ਹਾਂ, ਮਾਨਤ ਹੈ। ਇਹ ਅਸੀਂ ਅੱਗੇ ਅਦਾ ਕਰਨ ਲੱਗੇ ਹਾਂ। ਠੀਕ ਹੈ, ਉਹਦੇ ਨਾਲ ਜੇ ਅਗਰ ਤੁਹਾਨੂੰ ਕੋਈ ਥੋੜੀ ਮੁਸ਼ਕਲ ਵੀ ਹੋਏਗੀ ਨਾ ਤੇ ਉਹ ਐਨੀ ਟਾਈਮ ਤੁਹਾਨੂੰ ਲੱਗੇਗਾ ਰੁਕਾਵਟ ਆਏਗੀ ਵੀ ਇਹ ਕੰਮ ਨਾ ਕਰੋ। ਨਹੀਂ ਅਸੀਂ ਕਰਨਾ। ਮੈਂ ਗੱਲ ਕਰ ਗੱਲ ਰਿਹਾ, ਦੱਸ ਰਹੀ ਕੋਈ ਮਸਲਾ ਬਣੇਗਾ ਵੀ ਤੁਸੀਂ ਘਰੋਂ ਨਿਕਲੇ ਜਿੰਨਾ ਅੱਗੇ ਕੋਈ ਮਹਿਮਾਨ ਮਿਲ ਜਾਏਗਾ ਅੱਛਾ ਕਿ ਮੈਂ ਤੁਹਾਡੇ ਕੋਲ ਆ ਰਿਹਾ ਤੇ ਤੁਸੀਂ ਅੱਗੇ ਜਾ ਰਹੇ ਜੇ, ਜਾਂ ਕੋਈ ਕੰਮ ਐਸਾ ਹੀ ਯਾਦ ਆ ਜਾਏਗਾ ਕਿ ਜਿਹੜਾ ਤੁਸੀਂ ਕਹੋਗੇ ਚੱਲ ਇਹ ਕਰ ਲਈਏ ਤੇ ਚਲੇ ਜਾਣਾ, ਉਹ ਡਿਲੇ ਹੋਣ ਦੀ ਕੋਸ਼ਿਸ਼ ਕਰੇਗਾ। ਡਿਲੇ ਨਹੀਂ ਹੋਣ ਦੇਣਾ, ਉਹਨੂੰ ਲੈ ਕੇ ਰੱਖ ਲੈਣਾ। ਜਿਹੜੇ ਮਰਜ਼ੀ ਸੈਯਦ ਨੂੰ ਦੇ ਦਿਓ, ਮੇਰੇ ਕੋਲੋਂ ਲੈ ਆਵੋ ਜਾਂ ਕਿਸੇ ਹੋਰ ਦੇ, ਜਿਹੜਾ ਉਹਨੂੰ ਇਸਤੇਮਾਲ ਕਰ ਲਵੇ। ਠੀਕ ਹੈ, ਸਰਕਾਰ ਜੁੱਤੀ ਲੈਣ ਜਾਓਗੇ ਜਿਹੜਾ ਵੀ ਜਾਣਨ ਵਾਲਾ ਇਹ ਜਿਸ ਸੈਯਦ ਦੀ ਲੈਣੀ ਹੈ ਨਾ, ਉਹ ਨੀਅਤ ਵੀ ਉਹ ਰੱਖਣੀ ਹੈ, ਮੌਜੂ ਵੀ ਉਹ ਰੱਖਣਾ ਹੈ, ਜ਼ਹਿਨ 'ਚ ਤਸੱਵਰ ਵੀ ਹੋਵੇ, ਯਾਨੀ ਕਿ ਅਸੀਂ ਪੂਰੀ ਤਰ੍ਹਾਂ ਮੁਤਮਿਨ ਹੋਈਏ। ਠੀਕ ਹੈ। ਠੀਕ ਹੈ, ਉਹਦੇ ਨਾਪ ਪੈਰ ਨੰਬਰ ਪੁੱਛ ਲੈਣਾ ਉਹਨੂੰ ਤਾਂ ਕਿ ਉਹ ਇਸਤੇਮਾਲ ਕਰਨ ਨੂੰ। ਤੁਸੀਂ ਆਪਣਾ ਨਹੀਂ, ਨੰਬਰ ਨਹੀਂ। ਦੱਸ ਦਿਓ ਸਾਨੂੰ, ਅਸੀਂ ਕਿਹੜੇ ਸਹੀ ਬੜੇ ਸਾਨੂੰ ਬੜੇ ਔਖੇ ਲੱਗਦੇ ਇਹਨਾਂ ਕੋਲ ਅਸੀਂ ਜਾਣਦੇ ਸਾਨੂੰ ਪਰਦਾ ਫਰਮਾ ਗਏ ਨੇ। ਕੋਈ ਮਸਲਾ ਨਹੀਂ ਹੈ, ਮੈਂ ਵੈਸੇ ਗੱਲ ਕਰ ਰਿਹਾ ਸਰਸਰੀ ਸਾਨੂੰ ਬਾਤ ਤੇ ਸਰਕਾਰ ਹੋਰਾਂ ਦਾ ਨਹੀਂ ਪਤਾ ਹੈ। ਸਾਨੂੰ ਤੇ ਹੋਰਾਂ ਦਾ ਨਹੀਂ ਜੇ ਪਤਾ ਸਰਕਾਰ ਨਾ ਅਸੀਂ ਲੈਣਾ, ਅਸੀਂ ਕਿਤੇ ਹੋਰ ਨੂੰ ਦੇਣਾ ਹੀ ਸਹੀ ਹੈ। ਸਰਕਾਰ ਮੈਂ ਨਾ ਇੱਕ ਤੁਹਾਡੇ ਨਾਲ ਗੱਲ ਕਰਨੀ, ਮੈਂ ਨਾ ਕਰਵਾਉਣੀ ਸੀ ਮੌਲਾ ਅਬਾਸ ਦਾ ਜਸ਼ਨ, ਕਿਉਂਕਿ ਮੈਨੂੰ ਵਿੱਚੋਂ ਕਹਿੰਦੀ ਨਾ ਮੌਲਾ ਅਬਾਸ ਅਲਮ ਦੇ ਬੈਠ ਫੜਿਆ ਉਹਨਾਂ ਨੇ, ਕੋਈ ਬਜ਼ੁਰਗ ਨੇ ਤੇ ਘੋੜੇ ਸਵਾਰ ਨੇ ਆਈ ਜਾ ਰਹੇ ਤੇ ਮੈਨੂੰ ਠੁੱਡੇ ਮਾਰਨ ਲੱਗ ਪਏ ਆ ਕੇ, ਤੇ ਉਹ ਮੌਲਾ ਅਲੀ ਨੇ ਮੌਲਾ ਅਬਾਸ ਨੇ ਇਸ ਤਰ੍ਹਾਂ ਕਰਕੇ ਸਾਨੂੰ ਡਰਾ ਦਿੰਦੀ ਗੱਲਾਂ ਕਰਕੇ। ਮੈਂ ਜਸ਼ਨ ਕਰਵਾਨੀ ਸੀ ਤੇ ਵੱਡੀ ਨੱਤ ਨਹੀਂ ਜਿਹੜੀ ਫੋਤ ਹੋ ਗਈ ਤੁਹਾਨੂੰ ਦੱਸਿਆ, ਉਹਨੇ ਨਾ ਬੜੀ ਲੜਾਈ ਪਾਈ ਘਰ 'ਚ, ਕਿਉਂਕਿ ਉਹਨੇ 14 ਸਾਲ ਮੈਨੂੰ ਛੱਡ ਕੇ ਮੇਰੇ ਬੰਦੇ ਨੇ ਵੀ ਤੇ ਮੇਰੀ ਨਨਾਣ ਨੇ ਵੀ ਹਰ ਕੰਮ ਕੀਤੇ। ਮੇਰੀ ਮਾਂ ਨੂੰ ਵੀ ਛੱਡ ਦਿੰਦੇ ਸੀ, ਮੇਰੀ ਐਸ ਭੈਣ ਨੂੰ ਵੀ ਛੱਡ ਦਿੰਦੇ ਸੀ ਤੇ ਮੈਨੂੰ ਵੀ ਛੱਡ ਦਿੰਦੇ ਸੀ, ਤੇ ਸਾਡੇ ਸਾਰੇ ਸ਼ਰੀਕੇ ਬਲਾਦਰੀ ਨੂੰ ਬੁਲਾਉਂਦੇ ਸੀ ਤੇ ਨਾ ਮੈਨੂੰ ਬੁਲਾਉਂਦੇ ਸੀ ਤੇ ਨਾ ਮੇਰੀ ਅੰਮੀ ਨੂੰ ਬੁਲਾਉਂਦੇ ਸੀ, ਤੇ ਮੇਰਾ ਬੰਦਾ ਵੀ ਮੈਨੂੰ ਛੱਡ ਕੇ ਜਾਂਦਾ ਸੀ। ਉਹ 14 ਸਾਲਾਂ ਬਾਅਦ ਅੱਲਾ ਨੇ ਮੈਨੂੰ ਬੱਚੇ ਦਿੱਤੇ, ਬੱਚੇ ਵੀ ਜੰਮੇ ਵੱਡੇ ਕੀਤੇ ਥੋੜੇ ਜਿਹੇ, ਤੇ ਮੈਂ ਮੌਲਾ ਅਬਾਸ ਦਾ ਜਸ਼ਨ ਚੁੱਕਿਆ ਸੀ। ਉਹ ਛੋਟੇ ਤਾਂ ਨਾ ਮੈਂ ਫਿਰ ਵੱਡਾ ਕਰਵਾ ਲਿਆ ਆਪਣੇ ਘਰ, ਆਂਦੇ ਸਾਲ ਫਿਰ ਵੱਡਾ ਕਰਵਾਉਣਾ ਸੀ ਤੇ ਉਹਨਾਂ ਨੇ ਕਿਹਾ ਜੀ ਸਾਡੀ ਮੇਰੀਆਂ ਭੈਣਾਂ ਆਉਣਗੇ ਤਾਂ ਜਸ਼ਨ ਹੋਏਗਾ, ਨਹੀਂ ਤੇ ਨਹੀਂ ਹੋਏਗਾ। ਤੇ ਮੈਂ ਉਹਨਾਂ ਨੂੰ ਮਿਲਣਾ ਵੀ ਸੀ ਚਾਹੁੰਦੀ, ਤੇ ਮੈਂ ਕਿਹਾ ਮੈਂ ਨਹੀਂ ਇਹਨਾਂ ਨੂੰ ਮਿਲਣਾ, ਜੇ ਨਾ ਆਉਣਾ ਬੇਟਾ ਮੈਂ ਜਸ਼ਨ ਕਰਨਾ। ਮੈਂ ਗਲਤੀ ਹੋ ਗਈ ਆ ਗਈ ਨਾ ਗੱਲ 'ਚ ਗੱਲ ਆ ਗਈ ਨਾ ਕਿ ਇਹਨਾਂ ਯਾਦ ਅੱਗੇ ਕੀ ਹੈ ਨਿਜ਼ਾਮ। ਹਾਂ, ਤੇ ਮੈਨੂੰ ਐਸ ਮੈਂ ਕਿਹਾ ਮੈਂ ਨਹੀਂ ਇਹਨਾਂ ਦੇ ਮਿਲਣਾ, ਤਾਂ ਮੇਰੇ ਬੰਦੇ ਦਾ ਵਿਆਹ ਕਰਾ ਦੇਣਾ ਦੂਸਰੇ ਘਰ ਦੇ। ਤੇਰੇ ਮੀਆਂ ਨੇ ਕਿ ਤੈਨੂੰ ਆ ਸੇਵਾ ਸ਼ਫਾਅਤ ਕਰਨ ਦੀ ਤੇ ਸਰਕਾਰ ਬਸ ਜਸ਼ਨ ਨੇ ਨਹੀਂ ਕਰਵਾਇਆ, ਤੇ ਫਿਰ ਅਗਲੇ ਸਾਲ ਜਸ਼ਨ ਹੋਣਾ ਸੀ ਉਹ ਨਹੀਂ ਕਰਵਾਇਆ। ਮੈਂ ਕਿਹਾ ਇਹਨਾਂ ਨੂੰ ਵੀ ਮੈਂ ਬੁਲਾਇਆ, ਇਹਨਾਂ ਨੇ ਮੇਰਾ ਘਰ ਖਰਾਬ ਕਰ ਦੇਣਾ ਅੰਦਰ ਵੜ ਕੇ, ਤੇ ਮੈਂ ਜਸ਼ਨ ਨਹੀਂ ਕਰਵਾਉਂਦਾ, ਮੈਂ ਨਹੀਂ ਇਹਨਾਂ ਨੂੰ ਬੁਲਾਉਂਦਾ। ਇੰਜ ਦਾ ਅਗਰ ਕਿਸੇ ਟਾਈਮ ਜਾਂ ਕਿਸੇ ਜਗ੍ਹਾ ਤੇ ਕੋਈ ਮੌਜੂ ਆ ਵੀ ਜਾਏ ਨਾ ਸਾਹਮਣੇ, ਜਾਂ ਕੋਈ ਮਸਲਾ ਬਣ ਵੀ ਜਾਏ ਤੇ ਪਾਕਾਂ ਦਾ ਜ਼ਿਕਰ ਨਹੀਂ ਰੋਕੀਦਾ, ਉਹ ਕਰਾਈਦਾ ਔਰ ਉਹਨਾਂ ਦੇ ਵਸੀਲੇ ਤੇ ਛੱਡ ਦੇ ਮਿਲੇਗੀ। ਹੈ ਬੜਾ ਵੱਡਾ ਅਜ਼ਾਬ ਹੁੰਦਾ ਜੇ। ਜਾਂ ਤੇ ਤਲਾਕ ਦਾ ਤਰੀਕਾ ਘਰ ਇਹ ਸੀ ਕਿ ਮੁਹੰਮਦ ਆਲੇ ਮੁਹੰਮਦ ਦੇ ਤਰੀਕੇ ਨਾਲ ਜਿਵੇਂ ਨਿਕਾਹ ਹੋਇਆ ਹੈ, ਉਸੇ ਤਰ੍ਹਾਂ ਦੋ ਬਜ਼ੁਰਗ ਤੁਹਾਡੀ ਤਰਫੋਂ ਬੈਠਦੇ, ਦੋ ਉਧਰੋਂ ਬੈਠਦੇ, ਜਿਹੜੇ ਨਮਾਜ਼ੀ ਪਰਹੇਜ਼ੀ ਅੱਛੇ ਇਨਸਾਨ ਮੌਕੇ ਤੇ ਗਵਾਹ ਹੋਣ। ਫਿਰ ਅਗਰ 100 ਚੋਂ 1% ਵੀ ਤੁਹਾਡੇ ਦੋਵਾਂ ਦੇ ਮੀਆਂ ਬੀਵੀ ਦੇ ਦਿਲ 'ਚ ਕੋਈ ਰੰਜਿਸ਼ ਹੈ ਜਾਂ ਕਿਸੇ ਵਜ੍ਹਾ ਦੀ, ਉਹ ਫਿਰ ਟਾਈਮ ਅੱਗੇ ਵੱਧ ਜਾਏਗਾ। ਤਲਾਕ ਉਦੋਂ ਨਹੀਂ ਹੈ ਜਦੋਂ ਤੁਸੀਂ ਰਾਜ਼ੀ ਖੁਸ਼ੀ ਇੱਕ ਦੂਸਰੇ ਨਾਲ ਹੱਸਦੇ ਖੇਡਦੇ ਹੋ ਤੇ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਾ ਦਿਓ ਵੀ ਸਾਡੀ ਆਪਸ 'ਚ ਨਾਰਾਜ਼ਗੀ ਨਹੀਂ ਤੇ ਅਸੀਂ ਲਹਿਜ਼ਗੀ ਇਖਤਿਆਰ ਕਰ ਰਹੇ ਹਾਂ ਰਾਜ਼ੀ ਖੁਸ਼ੀ। ਇਹ ਤੇ ਇਹਨਾਂ ਨੇ ਕੋਈ ਕੰਮ ਵੀ ਨਹੀਂ ਮੁਕੰਮਲ ਕੀਤਾ, ਕੁਛ ਨਹੀਂ ਹੈ। ਸਰਕਾਰ ਫਿਰ ਮੈਂ ਨਾ ਜਦੋਂ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਵੇ ਕਿ ਕੋਈ ਬੰਦਾ ਵੀ ਨਹੀਂ ਗਾਈਡ ਕਰਨ ਵਾਲਾ ਫੈਮਿਲੀ 'ਚ ਵੀ ਹੈ ਤੇ ਤਲਾਕ ਹੀ ਨਹੀਂ ਹੈਗੀ ਤੇ ਤੁਸੀਂ ਮਜ਼ੀਦ ਕੰਮ ਖਰਾਬ ਕਰ ਰਹੇ ਸਮਝ ਲਓ ਕਿ ਅਸੀਂ ਬਹੁਤ ਖੋਲਾ ਪਾਸਾ, ਸਾਡਾ ਗਰੀਬ ਖਾਨਾ ਹੈ, ਉਹਨਾਂ ਦਾ ਬਹੁਤ ਅਮੀਰ ਖਾਨਾ ਹੈ, ਉਤੋਂ ਸਾਡਾ ਪਿੱਛਾ ਕੋਈ ਨਹੀਂ। ਇਹ ਗੱਲ ਹੈ। आज सरकार ने ਜੀ ਇਹਨਾਂ ਤੁਹਾਡੀ ਮਿਹਰਬਾਨੀ
ਮਿਹਰਬਾਨੀ ਹੈ। ਸਰਕਾਰ ਨੂੰ ਜਾਣ ਕਰੋ, ਸਾਡੀ ਬੜੀ ਮੁਸ਼ਕਲ ਹੈ। ਕਰਨਾ ਹੈ ਕਿ ਆਪਸ ਚ ਚਾਰੇ ਜਣੀਆਂ ਰਲ ਕੇ ਨਾ ਇਹ ਕੰਮ ਕਰ ਡਿਵਾਈਡ ਕਰਨਾ ਹੈ। ਕਿਸੇ ਵੀ ਇੱਕ ਤੇ ਨਹੀਂ ਹੁੰਦਾ, ਕੀ ਹੋਏਗਾ ਕਿ ਤੁਹਾਡੇ ਲਈ ਆਸਾਨੀ ਹੋ ਜਾਏਗੀ, ਸਾਰਿਆਂ ਦਾ ਵਿੱਚ ਆ ਜਾਏਗਾ। ਅਗਰ ਕੋਈ ਜ਼ਿੰਦਗੀ 'ਚ ਕੋਈ ਘਾਟਾ ਵਾਧਾ ਹੈ ਜਾਂ ਇਹਦਾ ਨਿਜ਼ਾਮ ਹੈ ਤੇ ਉਹ ਨਿਜ਼ਾਮ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਤਾਂ ਇਹ ਉਹਨਾਂ ਦੀ ਔਲਾਦ ਹੀ ਇਸਤੇਮਾਲ ਕਰ ਸਕਦੀ, ਇਨਦੀ ਨੂੰ ਹੱਕ ਨਹੀਂ। ਅੱਲਾਹ ਤਾਲਾ ਨੇ ਕੁਰਾਨ 'ਚ ਮੁਹੰਮਦ ਆਲੇ ਮੁਹੰਮਦ ਨੂੰ ਸਰਦਾਰੀ ਦਿੱਤੀ ਹੈ, ਸਾਰਾ ਨਿਜ਼ਾਮ ਦਿੱਤਾ ਹੈ, ਠੀਕ ਹੈ। ਇਹਨਾਂ ਲੋਕਾਂ ਨੇ ਸਰਦਾਰ ਦੇ ਮੁਕਾਬਲੇ 'ਚ ਆ ਕੇ ਤਨਖਾਹ ਥੋੜੀ ਅੱਛੀ ਹੋਈ ਹੈ ਤੇ ਸਰਦਾਰ ਲਹਾਣਾ ਸ਼ੁਰੂ ਕਰਤਾ ਹੈ, ਜਾਂ ਕੋਈ ਨਾਮੀ ਸਕੀਮ ਨਿਕਲਿਆ ਹੈ ਕਿਤੋਂ ਕੋਈ ਤੇ ਸਰਦਾਰ ਬਣ ਗਿਆ ਨੇ। ਸਿਰਫ ਹਰ ਦੌਰ ਦੇ ਵਿੱਚ ਮੁਕਾਬਲੇ 'ਚ ਆਉਣ ਦਾ ਵੀ ਫਲਾਨਾ ਸਰਦਾਰ ਹੈ ਤੇ ਅਸੀਂ ਨਹੀਂ ਕਰ ਸਕੀ। ਦੁਨੀਆ ਤੇ ਇੱਕ ਕੰਮ ਨਹੀਂ ਕਰ ਸਕੀ ਕਿ ਉਹਨਾਂ ਦੀ ਗੱਦੀ ਤੇ ਕਬਜ਼ਾ ਨਹੀਂ ਕਰ ਸਕੇ, ਠੀਕ ਹੈ। 2 ਨੰਬਰ ਫੇਕ ਲੋਕ ਬੜੇ ਆਏ ਨੇ, ਅੱਗੇ ਬੈਠੇ ਨੇ ਆ ਕੇ, ਬਦਲ ਉਹ ਇੱਕ ਵਕਤ ਐਸਾ ਆਇਆ ਕਿ ਫਲਾਪ ਹੋ ਗਏ, ਪਤਾ ਚੱਲ ਗਿਆ, ਅੱਲਾਹ ਤਾਲਾ ਨੇ ਉਹਨਾਂ ਦਾ ਰਾਜ਼ ਜ਼ਾਹਿਰ ਕਰ ਦਿੱਤਾ ਵੀ ਇਹ ਤੇ ਇਹ ਹੈ ਹੀ ਨਹੀਂ। ਫਿਰ ਉਹ ਲੋਕਾਂ ਦੇ ਸਾਹਮਣੇ ਗੁਜ਼ਰਨਾ ਵੀ ਇਸ ਚੀਜ਼ ਤੋਂ ਵੀ ਗਿਆ ਬਿਲਕੁਲ। ਸਰਕਾਰ ਨੂੰ ਕਿਆ? ਬੰਦ ਕਰ ਦਿਓ। ਮਾਫ਼ੀ ਦਿਵਾਓ, ਨਹੀਂ ਚੱਲ ਰਹੀ ਹੈ। ਸਾਨੂੰ ਆਬਾਦ ਕਰੋ ਸਾਡੇ ਘਰਾਂ 'ਚ। ਉਹ ਵੀ ਸਰਕਾਰ, ਬੱਚੇ ਵੀ ਮੇਰੇ ਕੋਲ ਚਲੇ ਗਏ ਨੇ, ਮੈਂ ਕੀ ਕਰਾਂ? ਮੈਂ ਤੇ ਉਹਨਾਂ ਨੂੰ ਮਿਲ ਵੀ ਨਹੀਂ ਸਕਦੀ, ਰੱਖ ਵੀ ਨਹੀਂ ਸਕਦੀ ਆਪਣੇ ਕੋਲ। ਬੱਚਿਆਂ ਨੇ ਕਦੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਕੋਈ ਨਾਮ ਵੀ ਅਸੀਂ ਆਪਣੀ ਮਾਮਾ ਕੋਲ ਜਾਣਾ ਹੈ ਜਾਂ ਕੋਈ ਸਰਕਾਰ, ਇੱਕ ਬੇਟੀ ਜਿਹੜੀ ਨਾ ਮੇਰੀ 9-10 ਸਾਲ ਦੀ ਮਜ਼ਦੂਰ ਹੈ, ਉਹ ਤੇ ਅਬ ਨੋਰਮਲ ਹੈ ਬਿਲਕੁਲ ਵੀ, ਉਹਨੂੰ ਪਤਾ ਨਹੀਂ ਮੈਂ ਗੱਲ ਕੀ ਕਰਨੀ ਹੈ। ਤੇ 2 ਬੇਟੀ, ਇੱਕ ਬੇਟੀ ਤੇ ਇੱਕ ਬੇਟਾ, ਉਹ 6-6 ਸਾਲ ਦੇ ਨੇ। ਇੱਕ ਬੇਟਾ ਹੈਗਾ ਵੱਡਾ, ਉਹ ਡਰਪੋਕ ਬਹੁਤ ਜ਼ਿਆਦਾ। ਆਂਟੀ ਮੇਰੀ ਨਾ ਰਹਿੰਦੀ ਸਾਹਮਣੇ, ਉਹਨੇ ਮੈਨੂੰ ਦੱਸਿਆ ਮੁੰਡਾ ਤੇ ਸਾਡੀ ਵੀ ਗੱਲ ਨਹੀਂ ਸੁਣਦਾ, ਉਹਨੂੰ ਇੰਨਾ ਕੁ ਪਿਓ ਦਾ ਡਰ ਹੈਗਾ। ਤੇ ਉਹਨੇ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਮੇਰਾ ਪਾਪਾ ਮੈਨੂੰ ਮਾਰੇਗਾ, ਮੁੰਡਾ ਤੇ ਵੱਡਾ ਬਾਹਰ ਹੀ ਨਹੀਂ ਨਿਕਲਦਾ। ਤੇ ਛੋਟੇ ਰੋਂਦੇ ਨੇ ਉਹਨਾਂ ਨੂੰ ਬਾਹਰ ਲੈ ਕੀ ਕੰਮ ਕੀ ਕਰ ਰਿਹਾ ਤੁਹਾਡਾ ਮੀਆਂ? ਸਰਕਾਰ ਉਹ ਕਰਦਾ ਜੀ ਸੈਂਟਰੀ ਦਾ ਕੰਮ। ਅੱਛਾ ਹਾਂ, ਦੱਸਿਆ ਸੀ ਠੇਕਾ ਲੈਂਦਾ ਤੇ ਹਾਂਜੀ, ਤੇ ਸਾਰਾ ਦਿਨ ਬਾਹਰ ਰਹਿੰਦਾ ਜੇ, ਕਦੀ ਹੁੰਦਾ ਹੈ ਕਿ ਬੱਚੇ ਵੀ ਇਕੱਲੇ ਨੇ, ਉਹਨਾਂ ਕੋਲ ਕੋਈ ਲੇਡੀਜ਼ ਵੀ ਨਹੀਂ, ਤੇ ਕਿਸ ਤਰ੍ਹਾਂ ਮੈਨੇਜ ਕਰ ਰਹੇ ਨੇ, ਕੀ ਹਿਸਾਬ ਦਾ? ਉਹ ਆਂਟੀ ਮੇਰੀ ਦੱਸਦੀ ਏ 2 ਜਾਣੇ, ਇੱਕ ਜਿਹੜਾ ਸਾਡੀ ਵਕਾ ਲੈਂਦਾ ਸ਼ਾਮ ਨੂੰ ਘਰ ਆ ਕੇ, ਦੂਸਰਾ ਜਿਹੜਾ ਵੀ ਉਹ ਬੱਚਿਆਂ ਕੋਲ ਬੈਠਾ ਰਹਿੰਦਾ ਜੇ ਘਰੋਂ ਕਦੀ ਕਿਹਦੀ ਕੰਮ। ਜ਼ਿੰਮੇਵਾਰੀ ਨਾਲ ਡਿਊਟੀ ਦੇ ਰਹੇ ਨੇ। ਹਾਂਜੀ, ਇਸੇ ਤੋਂ ਸਰਕਾਰ ਮੈਂ ਵੀ ਭੇਜੇ ਨੇ ਨਾ ਕਿ ਮੈਂ ਕਿੱਥੇ ਪਾਲਣੇ, ਮੈਂ ਲੋਕਾਂ ਦੇ ਭਾਂਡੇ ਮਾਂਜਾਂ, ਸ਼ੂਗਰ ਦੀ ਮੈਂ ਮਰੀਜ਼ ਹੈਗੀ, ਮੈਂ ਕਿਤੇ ਘਰ ਜਾਵਾਂ, ਕਿਰਾਏ ਦੇਈਏ, ਬਿੱਲ ਦੇਈਏ, ਬੱਚਿਆਂ ਨੂੰ ਪਾਲੀਏ, ਰੋਟੀ ਕਿੱਥੋਂ ਖਵਾਵਾਂ ਮੈਂ ਬੱਚਿਆਂ ਨੂੰ? ਤੇ ਇਹ ਚੋੜੇ ਹੋ ਕੇ ਫਿਰਦੇ ਸਨ ਬਾਹਰ। ਉਹ ਕਹਿੰਦੇ ਸੀ ਅਸੀਂ ਵਿਆਹ ਕਰਾਉਣ ਲੱਗੇ ਆ, ਤੇ ਫਿਰ ਮੈਂ ਬੱਚੇ ਘਰ ਭੇਜੇ। ਤੇ ਵਿਆਹ ਫਿਰ ਕਰਾਇਆ ਵੀ ਨਹੀਂ ਦੇਣਾ, ਕਾਮਯਾਬ ਵੀ ਨਹੀਂ ਹੋਏ, ਲੱਗ ਵੀ ਦਿੱਤਾ ਹੈ ਤੇ ਫਿਰ ਮਕਸਦ ਤੇ ਪੂਰਾ ਫਿਰ ਵੀ ਨਹੀਂ ਹੋਇਆ। ਭੈਣ ਵੱਡੀ ਮਰ ਗਈ ਨਾ, ਲੱਗੀ ਹੋ ਗਈ। ਭੈਣ ਮਰ ਗਈ ਜਾਂ ਜੋ ਵੀ ਹੋ ਗਿਆ, ਫਿਰ ਜੇ ਅਗਰ ਗੱਲ ਕੀਤੀ ਸੀ ਤੇ ਫਿਰ ਪੂਰੀ ਤੇ ਕਰ ਦੇਣਾ ਵੀ ਅਸੀਂ ਕਰ ਲਿਆ ਸੀ ਇਸ ਮਕਸਦ ਲਈ, ਉਹਦੇ ਚ ਬੱਚੇ ਵੀ ਪੂਰੇ ਸੰਭਾਲ ਕੇ ਬਹਿ ਗਏ। ਫਿਰ ਸਰਕਾਰ ਮਾਫੀ ਮਿਲ ਜੇਗੀ ਉਹਨਾਂ ਕੋਲੋਂ ਸਾਨੂੰ, ਤੁਸੀਂ ਮਾਫੀ ਮੰਗੋ ਬਸ। माफी वाले पास ही जाना, उधर निज़ाम उधर नहीं ठीक। ਬਾਬੇ ਨੂੰ ਜਸ਼ਨ ਕਰਵਾਉਣ ਦੋ, ਅਸੀਂ ਆਪਣਾ ਆਪਸ ਚ ਕਰ ਲੈਣੇ ਆ। ਮੌਲਾ ਦਾ ਜਸ਼ਨ, ਚਾਰ ਸ਼ਬਾਨ ਦੇ ਦੀਵੇ ਬਾਲ ਲੈਣੇ, ਅਸੀਂ ਆਪਸ ਚ ਕਰ ਲੈਣੇ ਆ। ਤੇ ਕਹਿੰਦੇ ਜਾਓ ਜਾ ਕੇ ਪੈਸੇ ਲਿਆਓ ਮਾਂ ਦੇ ਘਰੋਂ ਤੇ ਜਾ ਕੇ ਕਰ ਲਵੋ। ਅਸੀਂ ਕਿਸੇ ਕੋਲ ਉਧਾਰੇ ਮੈਂ ਪੈਸੇ ਚੁੱਕ ਕੇ ਲਿਆ ਕੇ ਤੇ ਮੈਂ ਕਿਹਾ ਕਿ ਅਸੀਂ ਜਸ਼ਨ ਕਰਵਾਉਣਾ ਹੈ। ਅਸੀਂ ਮੈਂ ਦੇ ਮੀਆਂ ਦੇ ਹੱਥ ਦੇ ਉੱਤੇ 30,000 ਰੁਪਇਆ ਰੱਖ ਦਿੱਤਾ ਕਿ ਅੱਲਾ ਪਰ ਤੂੰ ਦੇਗਾ ਪਕਵਾ ਕੇ ਲਿਆ ਦੇ, ਸਰਕਾਰ ਅਸੀਂ ਜਸ਼ਨ ਕਰਵਾ ਲੈਣੇ ਆ ਮੌਲਾ ਦਾ। ਬੜਾ ਤੇ ਇਹਦੇ ਮੀਆਂ ਨੇ ਕਿਹਾ ਕਿ ਮੈਂ ਨਹੀਂ ਕਰਵਾਉਣਾ ਉਹਨਾਂ ਤੋਂ ਬਗੈਰ। ਇਹ ਤੁਹਾਡੀ ਮਾਂ ਕੋਲੋਂ ਤੁਸੀਂ ਜਿੱਥੋਂ ਵੀ ਚੁੱਕ ਕੇ ਲਿਆਈਆਂ ਨੇ ਨਾ ਹਜ਼ਾਰੇ ਪੈਸੇ, ਇਹ ਉੱਥੇ ਜਾ ਕੇ ਵਾਪਸ ਦੇ ਆਵੋ, ਮੈਂ ਨਹੀਂ ਕਰਵਾਉਣਾ ਉਹਨਾਂ ਤੋਂ ਬਗੈਰ। ਜੇ ਤੁਸੀਂ ਜਸ਼ਨ ਕਰਵਾ ਲਿਆ ਤਾਂ ਫਿਰ ਇੱਥੇ ਰਹਿ ਜਾਓਗੀਆਂ, ਇੱਥੇ ਨਹੀਂ ਤੁਸੀਂ ਫਿਰ ਤੁਸੀਂ ਇੱਥੇ ਨਹੀਂ ਰਹਿ ਸਕਦੀਆਂ। ਇਹਦੇ ਮੀਆਂ ਨੇ ਕਿਹਾ, ਮੈਂ ਕਿਹਾ ਮੌਲਾ ਦੇ ਕੰਮਾਂ 'ਚ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਦੀ, ਤੇ ਫਿਰ ਤੂੰ ਜਾਣ ਤੇ ਤੇਰਾ ਮੌਲਾ ਜਾਣੇ। ਅਸੀਂ ਆਪਣੀ ਨੀਅਤ ਪੂਰੀ ਕਰ ਲਈ। ਮੈਂ ਨਾ ਫਿਰ ਇੱਕੋ ਹੀ ਗੱਲ ਕਹੀ ਸੀ, ਮੈਂ ਕਿਹਾ ਜਾ ਫਿਰ ਇੱਥੇ ਕਵਰਾਂ ਹੀ ਬਣਨਗੀਆਂ ਜੇ ਜਸ਼ਨ ਦਾ ਮੌਲਾ ਦਾ ਹੋਇਆ। ਬਰਬਾਦ ਹੋ ਗਿਆ ਫਿਰ ਸਾਰਾ ਕੁਝ ਘਰ। ਸਰਕਾਰ ਵੱਡੀ ਭੈਣ ਵੀ ਮਰ ਗਈ, ਅਸੀਂ ਵੀ ਘਰੋਂ ਨਿਕਲ ਆਈਆਂ, ਆਪ ਵੀ ਦਰਬਦਰ ਹੋਏ ਨੇ। ਸਾਡੀ ਸਰਕਾਰ ਬੜੀ ਹੋਵੇ ਮੌਲਾ ਦੇ ਘਰ ਲੱਗੇ, ਅਸੀਂ ਮਜਲਿਸਾਂ ਸਾਨੂੰ ਕੁਝ ਕਰਨ ਹੀ ਨਹੀਂ ਸੀ ਦਿੰਦੇ। ਸਾਰਾ ਕੁਝ ਉਹਨਾਂ ਨੇ ਭੈਣਾਂ ਦੇ ਘਰ ਕਰਦਾ, ਜੋ ਵੱਡੀ ਭੈਣ ਨੇ ਕਹਿਣਾ ਸੀ ਨਾ ਉਹਨਾਂ ਨੇ ਉਹ ਹੀ ਕਰਨਾ। ਉਹ ਨਾ ਕਹਿੰਦੇ ਸੀ ਸਾਡੀ ਮਾਂ ਦੇ ਮਿਸ਼ਨ ਨੇ, ਸਾਡੀ ਅੰਮੀ ਮਜਲਿਸ ਵੀ ਕਰਾਉਂਦੀ ਸੀ, ਸਾਡੀ ਅੰਮੀ ਕੂੰਡੇ ਵੀ ਦਵਾਉਂਦੀ ਸੀ, ਅਸੀਂ ਆਪਣੀ ਮਾਂ ਦੇ ਕੋਲ ਪੂਰੇ ਕਰਨੇ ਸੀ, ਤੁਹਾਡਾ ਇੱਥੇ ਕੁਝ ਨਹੀਂ ਹੋਣ ਦੇਣਾ।
ਤੇ ਮੈਂ ਤੇ ਫਿਰ ਕਿਹਾ, ਮੈਂ ਕਿਹਾ ਜਾਓ ਫਿਰ ਤੁਸੀਂ ਮੌਲਾ ਤਾਂ ਨਹੀਂ ਜਾਂ ਕੁਛ ਹੋਣ ਦੇਣਾ, ਇੱਥੇ ਤੁਹਾਡਾ ਵੀ ਕੁਛ ਨਹੀਂ ਜੇ ਰਹਿਣਾ ਫਿਰ। ਹਾਂ ਬਿਲਕੁਲ। ਇੰਨੀ ਗੱਲ ਕੀਤੀ ਸਰਕਾਰ ਵੀ 2 ਮਹੀਨੇ ਬਾਅਦ ਘਰ ਫਿਰ ਉੱਜੜ ਗਿਆ। ਭੈਣ ਵੀ ਮਰ ਗਈ, ਵਿਆਹ ਦਾ ਵੀ ਨਾ ਫਿਰ ਕੋਈ ਹੋਇਆ ਇਹਨਾਂ ਦਾ ਹਿਸਾਬ ਕਿਤਾਬ, ਬੱਚੇ ਵੀ ਘਰੋਂ ਨਿਕਲੇ, ਆਪ ਵੀ ਦਰਬਦਰ ਹੋਵੇ। ਹੁਣ ਉਜਾਰਾ ਫਿੜੀਆਂ ਜੇ ਉੱਤੇ ਵੀ ਤੇ ਥੱਲੇ ਵੀ, ਨਾ ਕੋਈ ਬੁੱਢੀ ਵੱਡੀ ਜੇ ਘਰ ਦੇ, ਨਾ ਕੋਈ ਆਉਂਦਾ ਨਾ ਕੋਈ ਜਾਂਦਾ। ਉਹ ਦੋਵੇਂ ਜਣੇ ਬੈਠੇ। ਕੁਛ ਸਰਕਾਰ ਇਹਨਾਂ ਦੀਆਂ ਚੀਜ਼ਾਂ ਨੇ ਸਾਨੂੰ ਬਰਬਾਦੀ ਲਾਤੀ। ਮੇਰੀ ਸਹੇਲੀ ਦੀ, ਮੈਨੂੰ ਲੱਗਦਾ ਉਹਦੇ ਤੋਂ ਹੀ ਸਰਕਾਰ ਨੂੰ ਨਾਰਾਜ਼ਗੀ ਹੋ ਗਈ ਸਾਡੀ, ਉਹਨਾਂ ਦੇ ਨਾਲ, ਸਾਡੇ ਜਿਹੜੇ ਬਜ਼ੁਰਗ ਸਨ ਉਹਨਾਂ ਤੋਂ ਨਾਰਾਜ਼ਗੀ ਹੋ ਗਈ ਕਿ ਜ਼ਿਆਦਾ ਉਹਨਾਂ ਦੀ ਕਮੇਰ ਸਰਕਾਰ ਇਹਨਾਂ ਦੀ ਵੀ ਹੈ ਤੇ ਉਸ ਤੋਂ ਪਹਿਲੇ ਵੀ ਹੈ, ਇਹਨਾਂ ਤੋਂ ਪਹਿਲੇ ਵੀ ਆ। ਮੇਰੀ ਤੇ ਬੇਇੱਜ਼ਤੀ ਸੀ ਜਦੋਂ ਮੈਂ ਜਾਂਦੀ ਰਹੀ ਹਾਂ ਸਰਕਾਰ, ਉਦੋਂ ਮੈਂ ਢਿੱਲੀ ਥੱਲੇ ਆਉਂਦੀ ਰਹੀ। ਉਸ ਸ਼ਾਹੀ ਕੁੱਸੇ ਵਾਲੇ ਜਿਹੜੇ ਸਰਕਾਰ ਆਂਦੇ ਜਾਂਦੇ ਬਜ਼ੁਰਗ ਸਨ ਜਿਹੜੇ, ਉਹ ਲੱਗਦਾ ਨਾਰਾਜ਼ ਹੋਏ ਨੇ। ਮੈਨੂੰ ਉਹਨਾਂ ਨੇ ਬੜਾ 1-2 ਵਾਰੀ ਨਾ ਬਾਜੀ ਨੇ ਜਜ਼ਬਾਤ ਚ ਆ ਕੇ ਕਿਹਾ ਕਿ ਸਾਨੂੰ ਇਹਦੇ ਕੋਲ ਸਮੈਲ ਆ ਰਹੀ ਹੈ, ਇਹਨੂੰ ਘੋਟ ਕੇ ਉਧਰ ਚੱਲ ਜਾ। ਤੇ ਮੈਂ ਹੀ ਨਾ ਉਹਨੂੰ ਲੈ ਤੇ ਉੱਧਰ ਹੀ ਬੈਠ ਗਈ ਸਾਂ ਲੈ ਕੇ। ਕੋਈ ਕੰਮ ਐਸਾ ਤਾਂ ਨਹੀਂ ਸੀ ਹੋਇਆ ਜਾਂ ਤੁਸੀਂ ਕੋਈ ਮੰਨਤ ਜਾਂ ਕੋਈ ਇੰਝ ਦਾ ਚੀਜ਼ ਵੀ ਕਿਸੇ ਨੂੰ ਤੁਸੀਂ ਕਿਹਾ ਹੋਵੇ ਵੀ ਅਸੀਂ ਫਲਾਂ ਕੰਮ ਹੋਏਗਾ ਤੇ ਸੂਟ ਦੇਵਾਂਗੇ, ਜਾਂ ਕੋਈ ਇੰਝ ਦੀ ਕੋਈ ਚੀਜ਼ ਹੈ ਸੀ, ਕੋਈ ਹੋਇਆ ਮਾਮਲਾ? ਕਿਤੇ ਨਾ ਐਸੀ ਗਲਤੀ ਜ਼ਰੂਰ ਹੈ ਬੰਦਾ ਜਿਹੜਾ ਬੱਚੇ ਦੱਸ ਰਹੀ ਹੈ ਨਾ, ਇਸ ਤੋਂ ਇਲਾਵਾ ਮਾਮਲਾ ਨਹੀਂ। ਵੱਡੇ ਮੰਨੇ ਸੀ, ਚਾਦਰਾਂ ਮੰਨੀਆਂ ਸੀ ਪਾਲ ਬੀਬੀ ਦੇ ਨਾਮ ਦੀਆਂ, ਉਹ ਅਸੀਂ ਦੇ ਦਿੱਤੀਆਂ ਸੀ ਚਾਦਰਾਂ। ਅਲਮ ਮੰਨੇ ਸੀ, ਅਲਮ ਵੀ ਸਰਕਾਰ ਮੰਨਤਾ ਕਿ ਅਸੀਂ ਕੁੜੀਆਂ ਹੀ ਆਪਣੇ ਬੱਚਿਆਂ ਦੀਆਂ ਮੰਨਤਾਂ ਸੁਣੀਆਂ ਸੀ, ਅਸੀਂ ਆਪਣੀ ਹੋਰ ਅਸੀਂ ਆਪਣੇ ਕੋਈ ਨਹੀਂ। ਲੇਕਿਨ ਮੇਰਾ ਬੰਦਾ ਐਸਾ, ਉਹਨੂੰ ਹੁਣ ਮੈਂ ਕੀ ਤੁਹਾਡੇ ਪੂਰੀਆਂ ਨਹੀਂ ਨਾ ਹੋਈਆਂ। ਉਹਨੇ ਮੈਨੂੰ ਕੁਛ ਦਿੱਤਾ ਹੀ ਨਹੀਂ ਕਿ ਤੂੰ ਮੰਨਤਾਂ ਪੂਰੀਆਂ ਕਰਨਾ। ਸੀ ਮੈਂ ਲਾਈਆਂ। ਉਹਨੇ ਬੁੱਢੀਆਂ ਦੀਆਂ ਲੜਾਈਆਂ ਲੜੀਆਂ, ਭੈਣਾਂ ਦੀਆਂ ਲੜਾਈਆਂ ਮੇਰੇ ਨਾਲ। ਉਹਨੇ ਕੁਛ ਹੋਣ ਦਿੱਤਾ ਹੀ ਨਹੀਂ, ਨਾ ਕੋਈ ਨਿਆਜ਼ ਤੋਂ ਆਣ ਦਿੱਤੀ, ਨਾ ਉਹਨੇ ਮੈਨੂੰ ਕੋਈ ਕੰਮ ਕਰਨ ਦਿੱਤਾ। ਵੀ ਨਾ ਸਿਰਫ ਤੁਹਾਡੇ ਮਾਮਲਾਤ ਨੂੰ ਸਾਹਮਣੇ ਰੱਖਦੇ ਹੋਇਆ ਸਿਰ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ, ਠੀਕ ਹੈ। ਇਹ ਦੇਖਣ ਨੂੰ ਤੁਹਾਨੂੰ ਇਹ ਲੱਗਣਾ ਹੈ ਕਿ ਅਸੀਂ ਕੱਪੜੇ ਦਾ ਖੁੱਲਾ ਲੈ ਕੇ ਜਾ ਰਹੇ ਹਾਂ, ਪਰ ਇਹਦੀ ਕੀਮਤ ਮੈਂ ਜਾਣਨਾ ਜਾਂ ਮੈਨੂੰ ਇਲਮ ਹੈ ਇਹ ਐਵੇਂ ਕਿ ਜਿਵੇਂ ਤਾਜ ਬਣਵਾਇਆ ਜਿਵੇਂ ਤੁਸੀਂ ਕਿਹਾ ਬਿਲਕੁਲ ਸਰਕਾਰ ਸਾਨੂੰ ਆਬਾਦ ਦੇ ਦੋ ਇਨਸ਼ਾਅੱਲਾ ਅੱਲਾਹ ਤਾਲਾ ਖੈਰ ਕਰੇਗਾ। ਅਸੀਂ ਤੇ ਸਰਕਾਰ ਸਾਨੂੰ ਜੋ ਉਹ ਗੱਲਾਂ ਕਰਨ ਦੇ ਨੇ ਜਿਹੜੇ ਸਾਡੇ ਕੋਲ ਮੰਗਣ ਆਉਂਦੇ ਸਨ, ਉਹ ਸਾਨੂੰ ਉੱਠ ਕੇ ਗੱਲਾਂ ਕਰਦੇ ਪਏ ਨੇ। ਉਹ ਜਿਸ ਤਰ੍ਹਾਂ ਸਰਕਾਰ ਮੈਂ ਹੁਣ ਕੁਛ ਵੀ ਨਹੀਂ की, मैं गुनाहगार होता पा रहा हूँ। तो पहले सन 2012 जी 13 च जिस तरह नमाज पढ़ने की गल जिस तरह कहते नहीं उस तरह ही पूरी हुई है। तो हूँ तो कुछ भी नहीं, सरकार तो अपने आप से मैं हार के बैठी हूँ। हूँ नमाज पढ़ने की कोशिश करनी तो नहीं पड़ी, ठंडी हो जाएगी। हाँ जी पी लो चाय। ਅੱਜ ਸਹੀ ਬੈਠਾ, ਉਸ ਦਿਨ ਬਹੁਤ ਜ਼ਿਆਦਾ ਦੇਰ ਸੀ, ਸ਼ੂਗਰ ਮੇਰੀ ਇੰਨੀ ਹਾਈ ਹੋ ਗਈ। ਅਸੀਂ ਜਦ ਵੀ ਆਏ और सरकार ने आप से अच्छी आज सरकार ने ऐसा अपना आप देखनी है, बिल्कुल ऐसा देखनी है, हाथ भी इंज देखनी है। ਸਰਕਾਰ ਇਸ ਤੋਂ ਇਲਾਵਾ ਕੋਈ ਹੋਰ ਨਹੀਂ ਆਜ ਆਪਣੇ ਲਈ ਵੀ ਦੱਸੋ ਨਾ, ਤੁਹਾਨੂੰ ਅਸੀਂ ਤੁਹਾਨੂੰ ਵੀ ਹੱਦੀਆਂ ਦਵਾਂਗੇ। ਸਾਨੂੰ ਦੋਵਾਂ ਭੈਣਾਂ ਨੂੰ ਘਰ ਬਚਾਓ ਸਰਕਾਰ, ਦੋਵੇਂ ਭਰਾ ਹਨ ਸਰਕਾਰ। ਉਹਨਾਂ ਦਾ ਆਣਾ ਬੰਦ ਹੈ ਔਰ ਇਨਸ਼ਾਅੱਲਾ ਪੁੱਤਰ ਆਣਗੇ। ਅਗਰ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਕੰਮ ਹੈ ਮੁਸ਼ਕਿਲ ਹੈ, ਮਿਹਨਤ ਵਾਲਾ ਹੈ, ਖਿੱਚ ਕੇ ਲਿਆਣਾ ਜਿਹੜਾ ਹਿਸਾਬ ਹੈ ਨਾ ਜਿਵੇਂ ਜ਼ਬਰਦਸਤੀ ਬੰਦੇ ਨੂੰ ਵਿਚਾਰ ਬਿਲਕੁਲ ਬਿਲकुल जी सरकार ਇਨਸ਼ਾਅੱਲਾ ਕਰਾਂਗੇ। ਮੈਂ ਤੁਹਾਡੇ ਨਾਲ ਵਾਅਦਾ ਕੀਤਾ ਹੈ ਤੇ ਮੋਸ਼ੀ ਰੱਖੋ, ਬਸ ਕਿਸੇ ਨੂੰ ਕੁਛ ਨਹੀਂ ਕਹਿਣਾ। ਤੇ ਸਰਕਾਰ ਬੱਚਿਆਂ ਦਾ ਫਿਰ ਨਾ ਕਿਸੇ ਨੂੰ ਕਵਾਂ ਹਜੇ ਕਿਸੇ ਨੂੰ ਕੁਛ ਵੀ ਨਹੀਂ ਕਹਿਣਾ, ਬਿਲਕੁਲ ਚੁੱਪ ਮੋਸ਼ੀ ਤਿਆਰ ਕਰ। ਬਾਬਾ ਜੀ ਮੇਰਾ ਤੇ ਹੁਣ ਸਬਰ ਦੀ ਇੰਤਹਾ ਹੋ ਗਈ ਬੱਚਿਆਂ ਵੱਲੋਂ। ਬਿਲਕੁਲ ਜ਼ਾਹਰੀ ਗੱਲ ਹੈ, ਮੈਂ ਸਮਝ ਸਕਦਾ ਦਾ ਮਾਮਲਾ। ਬਰਲ ਅਸੀਂ ਕੰਮ ਉਹ ਕਰਨਾ ਹੈ ਜਿਹੜਾ ਸਾਰੀ ਜ਼ਿੰਦਗੀ ਚੱਲੇ, ਆਰਜ਼ੀ ਤੇ ਨਹੀਂ ਨਾ ਕਰਨਾ। ਆਰਜ਼ੀ ਬੱਚਿਆਂ ਨੂੰ ਮਿਲਣਾ ਹੈ ਤੇ ਅੱਜ ਕਰ ਦਿੰਦੇ ਸੁਬਾਹ ਮਿਲ ਲੈਣਗੇ, ਪਰ ਉਹਦਾ ਫਾਇਦਾ ਕੋ ਨਹੀਂ ਦਾ। ਫਿਰ ਤੂੰ ਪਰਸੋਂ ਆ ਕੇ ਕਵੇਂ ਕਿ ਮੈਂ ਫਿਰ ਮਿਲਣਾ ਕਰ, ਤੇ ਇਹ ਫਿਰ ਉਹ ਮੇਰੀ ਵੀ ਮਿਹਨਤ ਜ਼ਾਇਆ ਕਰਨ ਵਾਲਾ ਹਿਸਾਬ ਵੀ ਜਿਹੜਾ ਕੰਮ ਲੇਟ ਹੋਣਾ ਉਹ ਪਹਿਲੇ ਲੈ ਲਾਂਗੇ, ਕੋਈ ਮਸਲਾ ਨਹੀਂ ਦਾ। ਅਸੀਂ ਖਾਲੀ ਬੱਚਿਆਂ ਨੂੰ ਮਿਲਣਾ ਨਹੀਂ ਦਾ, ਉਹਨਾਂ ਦੇ ਨਾਲ ਰਹਿਣਾ ਵੀ। ਸਾਰੇ ਮਾਮਲਾਤ ਨੇ ਨਾ ਜਿਹੜੇ ਉਹ ਕਿ ਅੱਲਾਹ ਤਾਲਾ ਖੈਰ ਕਰੇਗਾ इंशाअल्लाह। और सरकार मेरे की हुक्म है। ਉਹ ਬੰਦਾ ਗੱਲਾਂ ਕਰਦਾ ਪਿਆ ਜਿਹੜਾ ਬੰਦਾ ਸੀ ਮੇਰੇ ਕੋਲ, सरकार मैं तो ਉਹ बहुत ਮੈਨੂੰ ਕੁਝ ਨਹੀਂ ਸਮਝਦੀ। ਕੋਈ ਗੱਲ ਨਹੀਂ, ਵਕਤ ਹਮੇਸ਼ਾ ਅੱਛੇ ਬੁਰੇ ਆਉਂਦੇ ਰਹਿੰਦੇ ਨੇ ਇਨਸਾਨ ਦੇ। ਜ਼ਿੰਦਗੀ ਦਾ ਹਿੱਸਾ ਹੈ, ਐਸੇ ਵਕਤ ਅੱਲਾ ਨੇ ਬਣਾਏ ਨੇ, ਆਪਣਿਆਂ ਚ ਪਰਾਏ ਔਰ ਪਰਾਇਆਂ ਚ ਆਪਣੇ ਨਜ਼ਰ ਆਉਂਦੇ ਨੇ। ਆਂਦੇ ਅਗਰ ਇਹ ਚੀਜ਼ਾਂ ਨਾ ਹੋਣ ਤੇ ਸਾਨੂੰ ਫਿਰ ਮਸਲਾ ਹੀ ਨਹੀਂ, ਅਸੀਂ ਦੁਨੀਆ ਦੇ ਸਾਰਾ ਕੁਝ ਲੈ ਲੈਂਦੇ। ਸਰਕਾਰ ਇਸ ਤਰ੍ਹਾਂ ਗੱਲ ਪੈਂਦੇ ਨੇ ਰਿਸ਼ਤੇਦਾਰ ਜਿਵੇਂ ਪਤਾ ਨਹੀਂ ਅਸੀਂ ਇਹਨਾਂ ਕੋਲੋਂ ਕੀ ਲੈ ਲਿਆ ਕੀ ਖੋ ਲਿਆ ਸੀ।
ਤੇ ਯਕੀਨ ਕਰੋ ਕਿ ਅਸੀਂ ਕਦੀ ਕਿਸੇ ਕੋਲੋਂ ਹੱਥ ਨਹੀਂ ਫੈਲਾਇਆ। ਜੋ ਵੀ ਸਾਨੂੰ ਅੱਲਾ ਨੇ ਦਿੱਤਾ ਨਾ ਅਸੀਂ ਅੱਲਾਹ ਵੀ ਮੰਗੀ ਹੈ ਤੇ ਅੱਲਾਹ ਕੋਲੋਂ ਮੰਗਿਆ, ਰੱਬ 5 ਟਨ ਦਾ ਸਦਕਾ ਮੰਗਿਆ, ਜਿਹਦੇ ਕੋਈ ਮੰਗਿਆ ਉਹ ਹੀ ਖਾਣੇ ਅਸੀਂ। ਅਸੀਂ ਉਹ ਹੀ ਖਾਂਦੇ ਹਾਂ। ਹੈ ਹੀ ਸਦਕਾ ਹੀ ਉਹਨਾਂ ਦਾ ਚੱਲਦਾ ਹੈ ਨਿਜ਼ਾਮ ਸਾਰਾ। ਜੋ ਲੋਕ ਨੇ ਇੰਨੀ ਬੱਚੀ ਦੇ ਨਾਲ ਪਰਸੋਂ ਇਹਨਾਂ ਨੇ ਕੋਈ ਬੜੀ ਲੜਾਈ ਹੋਈ ਹੈ। ਅਸੀਂ ਕੁਛ ਨਹੀਂ ਕਿਹਾ ਦੋਵੇਂ ਮਾਂ। ਮੇਰੀ ਤਬੀਅਤ ਬੜੀ ਖਰਾਬ ਸੀ, ਮੇਰੀ ਸ਼ੂਗਰ ਇੰਨੀ ਤੇਜ਼ ਸੀ, ਬਲੱਡ ਇੰਨਾ ਹਾਈ ਸੀ, ਮੈਂ ਬਾਹਰ ਤੱਕ ਨਹੀਂ ਕੱਢੀ, ਨਾ ਮੇਰੇ ਕੋਲ ਬੋਲਿਆ ਗਿਆ ਜੀ। ਮੈਂ ਇਹਨੂੰ ਬਾਹਰ ਫੜ ਕੇ ਨਾ ਮੈਂ ਘਰ ਲਿਆਈ। ਮੈਂ ਕਿਹਾ ਪੁੱਤ ਮੇਰੀ 'ਚ ਹਿੰਮਤ ਨਹੀਂ ਬੋਲਣ ਦੀ ਹਾਲੇ, ਮੈਂ ਤਾਂ ਠੀਕ ਹੋਵਾਂਗੀ ਫਿਰ ਵੇਖਾਂਗੇ, ਹਲੇ ਤੂੰ ਗੱਲ ਨਾ ਕਰ ਇਹਨਾਂ ਨਾਲ। ਜਿਹਦੇ ਸਰਕਾਰ ਨੇ ਇੱਥੇ ਬੈਠੀ ਆ ਉਹਨੇ ਦਿਨ ਭੁੱਖ ਨਹੀਂ ਵੱਜਦੀ, ਤੇ ਜਦੋਂ ਘਰ ਜਾਣੀ ਬਾਹਰ ਨਿਕਲਣੀ ਹੈ ਤੇ ਭੁੱਖ ਵੱਜਣੀ ਸ਼ੁਰੂ ਹੋ ਜਾਂਦੀ ਹੈ। ਹੋ ਜਾਏਗਾ ਮਸਲਾ। ਨਹੀਂ ਵਜੇਗੀ ਇਨਸ਼ਾਅੱਲਾ। ਅਗਰ ਇੱਥੇ ਆ ਕੇ ਨਹੀਂ ਵੱਜਦੀ ਨਾ ਤੇ ਉੱਥੇ ਵੀ ਨਹੀਂ ਵਜੇਗੀ ਇਨਸ਼ਾਅੱਲਾ। ਕੁਛ ਚੀਜ਼ਾਂ ਹੁੰਦੀਆਂ ਨੇ ਨਿਜ਼ਾਮ ਮਾਮਲਾਤ ਨਾ ਖਰਾਬ। ਪਹਿਲੀ ਗੱਲ ਤਾਂ ਇਹ ਵੀ ਕਿ ਜ਼ਿਆਦਤੀ ਇਹ ਹੋਈ ਤੁਹਾਡੇ ਨਾਲ ਕਿ ਜਿਹੜਾ ਦੂਸਰੇ ਕਿਸੇ ਕੋਲ ਵੀ ਗਿਆ ਸੀ, ਤੁਸੀਂ ਚਾਹੇ ਸੈਯਦ ਹੈ ਜਾਂ ਅਮਤੀ ਹੈ, ਅਗਰ ਉਹ ਕੰਮ ਕੰਬਲ ਨਹੀਂ ਸੀ ਕਰਨਾ ਤੇ ਤੁਹਾਨੂੰ ਸਿੱਧਾ ਇਨਕਾਰ ਕਰਦਾ। ਕਰ ਦੇਣਾ। ਅਗਰ ਇਨਕਾਰ ਨਹੀਂ ਸੀ ਕਰਨਾ ਤੇ ਖੁੱਲ ਕੇ ਵਾਅਦਾ ਕਹਿੰਦਾ ਵੀ ਮੈਂ ਪਹਿਲੇ ਇਹ ਚੀਜ਼ ਲਾਂਗਾ ਤੇ ਫਿਰ ਮੈਂ ਕਰਾਂਗਾ। ਅਗਰ ਉਹਦੇ ਤੇ ਤੁਸੀਂ ਫਿਰ ਵੀ ਪੂਰੇ ਉਤਰੇ ਜੇ ਉਹ ਨਹੀਂ ਕਰਦਾ ਤੇ ਫਿਰ ਉਹ ਲਾਨਤ ਦੇ ਹੀ ਹੱਕਦਾਰ ਹੈ। ਸਰਕਾਰ ਨੇ ਦਿੱਤਾ ਹੈ 15,000 ਰੁਪਇਆ ਇੱਕ ਦਿੱਤਾ ਹੈ ਵੇ, ਤੇ 7,000 ਰੁਪਇਆ ਨੂੰ ਇੱਕ ਦਿੱਤਾ ਹੈ, 3,000 ਨੂੰ ਇੱਕ ਦਿੱਤਾ ਹੈ। ਪੈਸੇ ਜਿੰਨੇ ਮੰਗਦਾ ਸੀ ਉਹਦੇ ਵੀ ਉਹਨੂੰ ਦੇਈਦੇ ਸੀ, ਇਹ ਨਹੀਂ ਕਿ ਨਹੀਂ ਸੀ ਅਸੀਂ ਦਿੰਦੇ। ਮਤਲਬ ਗਲਤ ਜ਼ਿਆਦਤੀ ਕਰ ਗਿਆ ਨਾ ਹੁੰਦਾ, ਕੰਬਲ ਨਹੀਂ ਕੀਤਾ ਇਹਨਾਂ ਨੂੰ। ਉਹ ਤਾਂ ਮੈਂ ਆਪਣੇ ਘਰ ਹੀ ਸੀ ਜਦੋਂ ਮੈਨੂੰ ਦਿੰਦੀ ਸੀ ਪੈਸੇ। ਹਾਂ ਤੇ ਦੇਖੋ ਨਾ ਕਿ ਘਰ ਸੀ ਤੇ ਉਹਦਾ ਹੱਕ ਬਣਦਾ ਸੀ, ਜੇ ਅਗਰ ਜ਼ਿੰਮੇਦਾਰੀ ਨਾਲ ਕਰਦਾ ਤੇ ਘਰੋਂ ਤੁਹਾਨੂੰ ਤੇ ਬਾਹਰ ਹੀ ਨਹੀਂ ਸੀ ਬਾਹਰ ਆਉਂਦਾ। ਹੀ ਨਹੀਂ ਸੀ ਆਉਣਾ ਚਾਹੀਦਾ, ਘਰ ਹੀ ਨਹੀਂ ਸੀ ਹਾਂ, ਕਿ ਜਾਂਦੇ। ਉਹ ਪਿੱਛੇ ਸਪੋਰਟ ਕਰ ਰਿਹਾ ਸੀ ਪੂਰੀ, ਤੇ ਉਹ ਜੇ ਅਗਰ ਕੁਝ ਗਲਤ ਕਦਮ ਚੁੱਕਦੇ ਵੀ ਸੀ ਤੇ ਉਹਨਾਂ ਨੂੰ ਰੱਸਾ ਮਾਰ ਸਕਦਾ ਸੀ। ਉਹ ਸਾਰੀ ਗੇਮ ਉਲਟ ਹੋ ਗਈ ਉਲਟ ਕਰ ਦਿੱਤਾ। ਕਿ ਘਰ ਅਸੀਂ ਰੁਕਣਾ ਚਾਹ ਰਿਹਾ ਤਾਂ ਉਹਨੇ ਸਾਨੂੰ ਘਰੋਂ ਬਾਹਰ ਲੈ ਆਂਦਾ ਤੇ ਲੈ ਕੇ ਐਸਾ ਆ ਗਿਆ ਵੀ ਰਸਤੇ ਹੀ ਬੰਦ ਕਰਤੇ। ਸਾਰੇ ਰਸਤੇ ਜਿੱਥੋਂ ਗੁਜ਼ਰਦੇ ਗਏ ਉਹ ਦਰਵਾਜ਼ਾ ਲਾਕ ਹੁੰਦਾ ਗਿਆ ਸਾਡੇ ਲਈ ਕਿ ਅਸੀਂ ਵਾਪਸੀ ਦੀ ਗੇਮ ਹੀ ਨਹੀਂ। ਕੋਈ ਗੇਮ ਨਹੀਂ, ਬਿਲਕੁਲ ਸਹੀ। ਕੋਈ ਵੀ ਹੈ ਹੀ ਤੇ ਸਿੱਧਾ ਤੇ ਹਰ ਬੰਦਾ ਕਰ ਲੈਂਦਾ ਹੈ, ਪੁੱਠੇ ਕੰਮ ਦਾ ਜਿਹੜਾ ਹੈ ਨਾ ਉਹਨੂੰ ਸਿੱਧਾ ਕਰਨਾ ਉਹ ਬੜਾ ਔਖਾ ਹੈ। ਕੰਮ ਹੁੰਦਾ ਹੈ। ਠੀਕ ਨਹੀਂ ਕੋਈ ਮਸਲਾ ਨਹੀਂ ਇਨਸ਼ਾਅੱਲਾ। ਸਭ ਇਸ ਖਾਬ ਦਾ ਜਿਹੜੀ ਆਈ ਸੱਪਾਂ ਦੇ ਵਿੱਚ ਉਹ ਹੈ ਸਰਕਾਰ ਨੇ ਵੀ ਜਿਹੜੀ ਖਾਬ ਵੇਖਦੀ ਹੈ ਨਾ, ਤੇ ਮੇਰੀ ਅਗਲੇ ਦਿਨ ਪੂਰੀ ਹੋ ਜਾਂਦੀ ਮੇਰੀ ਵੀ। 1-2 ਦਿਨ ਹੀ ਹੁੰਦੇ ਨੇ ਤੇ ਖਾਬ ਪੂਰੀ ਹੋ ਜਾਂਦੀ। ਤੇ ਅੱਜ ਮੈਂ ਦੇਖੀ ਖਾਬ ਕੇ ਨਾ ਸੱਪਾਂ ਦਾ ਦੁਆਰਾ ਹੈ ਕਿ ਬਣਿਆ ਹੈ, ਤੇ ਕਹਿੰਦੇ ਸੱਪਾਂ ਦਾ ਦੁਆਰਾ ਹੈ, ਤੇ ਇੱਥੇ ਨਾ 2 ਨਕਸ਼ ਦੱਬੇ ਹੋਏ ਨੇ ਸੀ। ਬਸ ਇੰਨਾ ਕੁ ਦੇਖਿਆ ਮੈਂ। ਅਗਰ ਕੋਈ ਖਾਬ ਗਲਤ ਹੋਏ ਨਾ ਤੇ ਉਹ ਫੌਰਨ ਸੁਬਾਹ ਉੱਠ ਕੇ ਇਹਨਾਂ ਸ਼ੇਅਰ ਕਰ ਲਿਆ ਕਰੋ ਅਰਦਾਸ। ਹਾਂਜੀ ਮੈਂ ਦੱਸ ਦਿੰਦੀ ਹਾਂ। ਠੀਕ ਹੈ। ਦੱਸ ਦਿੰਦੀ अगर कोई अच्छा ख्वाब मिल जाए ना तो मिलेगा अच्छा ख्वाब। ठीक है। पर वो दसना नहीं था किसी ने, चाहे तुसी आपस च भैनां जी या मां बेटी है, ना दसो। वो तो नूं तिन्हां नूं ही लैदा आएगा चारा ने। वो लैदा आंदा उनका मकसद पता है कि वो तो डेली अल्लाह की तरफों तुहानूं इशारा होएगा भी तुसी बैठ गया जी किसी जगह ते, ਉਹਨੂੰ ਤੁਸੀਂ ਸੇਫ ਕਰਨਾ ਹੈ, ਇਹ ਤੁਹਾਡਾ ਫਨ ਜੇ। ਅਗਰ ਉਹ ਤੁਸੀਂ ਰਾਤ ਅੱਗੇ ਸ਼ੇਅਰ ਕਰ ਦਿੱਤਾ ਮੇਰੀ ਵੀ ਮਿਹਨਤ ਮਿੱਟੀ ਠੀਕ ਹੈ ਤੇ ਸਰਕਾਰ। ਤੁਸੀਂ ਵੀ ਸਭ ਕੁਝ ਆਇਆ ਹੱਥੋਂ ਕੱਢ ਦੇਣਾ ਠੀਕ ਹੈ ਸਰਕਾਰ। ਕਿ ਇਹ ਹਵਾ ਉਹ ਨਹੀਂ ਹੈ। ਠੀਕ ਹੈ। ਠੀਕ ਹੈ ਸਰਕਾਰ। ਤੇ ਆਪਣੇ ਆਪਣੇ ਦਿਲ 'ਚ ਰੱਖ ਲੈਣਾ, ਉਹਨੂੰ ਸੇਫ ਕਰ ਲੈਣਾ ਔਰ ਉਹ ਵਕਤ ਦੇਖਣਾ ਹੈ ਵੀ ਕੀ ਆ ਰਿਹਾ ਤੇ ਸਭ ਕੁਝ ਸੈੱਟ ਹੋਏਗਾ। ਠੀਕ ਹੈ। ਕਿ ਅਕਸਰ ਹੁੰਦਾ ਹੈ ਨਾ ਅਸੀਂ ਲੋਕ ਗਲਤੀ ਕਰ ਜਾਂਦੇ ਹਾਂ, ਕੋਈ ਅੱਛੀ ਚੀਜ਼ ਖਾਬ 'ਚ ਦੇਖੀ ਤੇ ਮਾਂ ਨਾਲ ਸ਼ੇਅਰ ਕਰ ਲਈ ਨਹੀਂ ਕਰਨੀ। ਭੈਣ, ਉਹ ਮੈਂ ਤੁਹਾਨੂੰ ਪਹਿਲੇ ਐਡਵਾਂਸ ਦੱਸ ਰਿਹਾ ਕਿ ਆਏਗਾ, ਪਰ ਉਹ ਤੁਸੀਂ ਸੇਫ ਕਰ ਲੈਣਾ, ਦੱਸਣਾ ਨਹੀਂ ਕਿਸੇ ਨੂੰ। ਬੰਦ ਕਰਕੇ ਰੱਖੋ। ਠੀਕ ਦਿਲ ਹੈ। 'ਚ ਰੱਖਣਾ ਬਸ। ਦਿਲ 'ਚ ਰੱਖਣਾ ਹੈ, ਆਪਣਾ ਜਮਾ ਕਰ ਲੈਣਾ ਵੀ ਹੈ। ਨਾ ਸਮਝ ਆਏ ਤੇ ਸਿਰਫ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਠੀਕ ਹੈ ਸਰ। ਠੀਕ ਹੈ। ਤਾਂ ਕਿ ਮੈਂ ਉਹਦੀ ਤੁਹਾਨੂੰ ਚਾਲ ਸਮਝਾ ਸਕਾਂ, ਦੱਸ ਸਕਾਂ ਵੀ ਇੰਜ ਨਹੀਂ ਇੰਜ ਕਰਨਾ ਹੈ। ਤੇ ਜੇ ਅਗਰ ਸਮਝ 'ਚ ਆ ਜਾਏ, ਪਹਿਲੇ ਪਤਾ ਚੱਲ ਜਾਏ ਵੀ ਇਹ ਖਾਬ ਫਲਾਂ ਮਸਲੇ ਨਾਲ ਅਟੈਚਮੈਂਟ ਕਰਦਾ ਹੈ ਜਾਂ ਸਾਨੂੰ ਇਲਮ ਹੈ, ਫਿਰ ਮੋਚੀ ਤਿਆਰ ਕਰ ਲੈਣਾ। ਪਰ ਇਹ ਮਸਲਾ ਹੱਲ ਹੋਣ ਤੋਂ ਬਾਅਦ ਵੀ ਤੁਸੀਂ ਨਾ ਆਪਣੇ ਖਾਮਦ ਨਾਲ, ਫੈਮਿਲੀ ਨਾਲ, ਕਿਸੇ ਨਾਲ ਵੀ ਉਹ ਗੱਲ ਨਹੀਂ ਸ਼ੇਅਰ ਕਰਨੀ, ਉਹਨੂੰ ਆਪਣੇ ਦਿਲ 'ਚ ਹੀ ਰੱਖਣਾ। ਤੁਸੀਂ ਜਾਣੋ ਇਹ ਅੱਲਾ ਦੀ ਜ਼ਾਤ ਨੂੰ ਇਲਮ ਹੋਵੇ। ਠੀਕ ਹੈ। ਕਿਸੇ ਦੂਸਰੇ ਬੰਦੇ ਨਾਲ ਕੋਈ ਜ਼ਰੂਰਤ ਨਹੀਂ ਉਹ ਗੱਲ ਕਰਨ ਦੀ ਕਿ ਜੀ ਮੈਂ ਦੇਖਿਆ ਤੇ ਮੈਂ ਅੱਲਾ ਨੇ ਕਾਮਯਾਬੀ ਦਿੱਤੀ। ਜੇ ਇਸ ਦਿਨ ਤੁਸੀਂ ਉਹ ਰਾਜ਼ ਜ਼ਾਹਰ ਕਰ ਦਿੱਤਾ ਨਾ
ਠੀਕ 7 ਤੋਂ 8 ਘੰਟੇ ਦੇ ਅੰਦਰ ਅੰਦਰ ਸਾਰਾ ਕੁਝ ਤੁਸੀਂ ਸਮਝ ਲਓ ਛੱਤ ਤੋਂ ਜ਼ਮੀਨ ਤੇ ਗਿਰ ਜਾਣਾ ਹੈ। ਨਹੀਂ ਨਹੀਂ ਸਰਕਾਰ ਇਹ ਸਰਕਾਰ ਇਹ ਸ਼ੇਅਰ ਕਰਦੀ ਤੇ ਬੜੀ ਸਾਰਿਆਂ ਗਲਤੀਆਂ ਦੇ ਕਰ ਨਾਲ ਕਰਕੇ ਸਰਕਾਰ ਅੱਗੇ ਇਹੀ ਗਲਤੀਆਂ ਕਰ ਕਰਕੇ ਅੱਜ ਮੈਨੂੰ ਉਹ ਤੁਹਾਨੂੰ ਵੀ ਉਹ ਨਿਸ਼ਾਨੀ ਹੋਏਗੀ, ਮੇਰੀ ਵੀ ਮਿਹਨਤ ਦਾ ਸਿਲਾ ਹੋਏਗਾ ਔਰ ਤੁਹਾਨੂੰ ਨਿਸ਼ਾਨੀ ਮਿਲ ਜਾਏਗੀ ਅੱਲਾ ਦੀ ਤਰਫੋਂ ਵੀ ਸਾਡੇ ਨਾਲ ਉਹਨਾਂ ਨੇ ਝੂਠਾ ਵਾਅਦਾ ਨਹੀਂ ਕੀਤਾ। ਅਗਰ ਸਾਡੇ ਨਾਲ ਜ਼ਿੰਮੇਵਾਰੀ ਲਈ ਨੇ ਤੇ ਚੱਲ ਰਹੇ ਨੇ, ਮਿਹਨਤ ਕਰ ਰਹੇ ਨੇ ਔਰ ਕੰਮ ਅੱਲਾ ਦੀ ਜ਼ਾਤ ਨੇ ਕਰਨਾ ਹੈ। ਵਸੀਲਾ ਹੈ ਸਿਰਫ ਮੁਹੰਮਦ ਆਲੇ ਮੁਹੰਮਦ ਦੇ ਵਸੀਲੇ ਨਾਲ ਅੱਲਾਹ ਤਾਲਾ ਦੀ ਜ਼ਾਤ ਮਿਹਰਬਾਨੀ ਕਰ ਦਿੰਦੀ ਹੈ, ਨਿਜ਼ਾਮ ਹੋ ਜਾਂਦਾ ਔਰ ਬੰਦਾ ਕੌਣ ਹੈ ਕੀ ਕਰਨ ਵਾਲਾ ਕੁਝ ਵੀ ਨਹੀਂ ਕਰ ਸਕਦਾ। ਕੁਛ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ 'ਚ ਜਿਹੜਾ ਜ਼ਰੂਰੀ ਅਮਲ ਔਰ ਹਰ ਛੋਟੀ ਗੱਲ ਤੇ ਮੰਨਤ ਨਹੀਂ ਚੁੱਕਣੀ ਕਿ ਕੋਈ ਵੀ ਛੋਟਾ ਜਿਹਾ ਮਸਲਾ ਹੈ ਤੇ ਤੁਸੀਂ ਕਹੋ ਕਿ ਮੈਂ ਬਿਸਕਟ ਦਾ ਡੱਬਾ ਲੈ ਕੇ ਵੰਡਾਂਗੀ ਮੇਰਾ ਇਹ ਕੰਮ ਹੋ ਜਾਏ ਤੇ ਹੋ ਗਿਆ ਤੇ ਅਸੀਂ ਭੁੱਲ ਗਏ। ਇੰਜ ਦੇ ਵੀ ਤੁਹਾਡੇ ਗਲੇ 'ਚ ਬੜੇ ਰੱਸੇ ਨੇ, ਛੋਟੀਆਂ ਛੋਟੀਆਂ ਚੀਜ਼ਾਂ ਨੇ ਨਾ ਜਿਹੜੀਆਂ ਬੜੀਆਂ ਐਡ ਨੇ, ਪਰ ਇਹ ਗਲਤੀ ਦੁਬਾਰਾ ਨਹੀਂ ਕਰਨੀ ਤੁਸੀਂ। ਮੈਂ ਸਰਕਾਰ ਮੰਨ ਕਿ ਅਗਰ ਮਾਲਕਾਂ ਦੀ ਅਤਾ ਹੈ, ਮੌਲਾ ਨੇ ਦਿੱਤਾ ਹੈ ਤੇ ਜਿੰਨੀ ਗੁੰਜਾਇਸ਼ ਹੈ ਵੈਸੇ ਲੈ ਕੇ ਦੇ ਦਿਓ ਕਿ ਇਹਨਾਂ ਨਾਲ ਲੱਸੀਆਂ ਨਾਲ ਅਸੀਂ ਸ਼ਰਤਬਾਜ਼ੀ ਜਾਂ ਜ਼ਿੱਦਬਾਜ਼ੀ ਨਾਲ ਤੇ ਨਹੀਂ ਨਾ ਕਰਨਾ ਵੀ ਕਰਨਗੇ। ਉਹ ਸਾਡੇ ਤੋਂ ਬਿਹਤਰ ਜਾਣਦੇ ਨੇ ਕਿ ਸਾਡੇ ਲਈ ਕਿਹੜੀ ਚੀਜ਼ ਠੀਕ ਹੈ ਕਿਹੜੀ ਨਹੀਂ ਠੀਕ। ਬਾਅਦ ਦਫਾ ਇਹ ਹੁੰਦਾ ਹੈ ਕਿ ਅਸੀਂ ਮੋਟਰਸਾਈਕਲ ਦੀ ਦੁਆ ਕਰ ਰਹੇ ਹੁੰਦੇ ਹਾਂ ਤੇ ਅੱਲਾ ਦੀ ਤਰਫੋਂ ਮਾਲਕ ਸਾਨੂੰ ਕੁਝ ਵੱਡਾ ਅਤਾ ਕਰਨਾ ਚਾਹੁੰਦੇ ਤੇ ਅਸੀਂ ਜ਼ਿੱਦ ਲਾ ਪੈਂਦੇ ਹਾਂ ਵੀ ਨਹੀਂ ਜੀ ਮੋਟਰਸਾਈਕਲ ਤੇ ਉਹ ਬਾਅਦ 'ਚ ਫਿਰ ਪਛਤਾਉਂਦੇ ਹਾਂ। ਉਹਨਾਂ ਦੀ ਅਤਾ ਤੇ ਰਾਜ਼ੀ ਰਹੀਦਾ ਔਰ ਅੱਲਾ ਦਾ ਸ਼ੁਕਰੀਆ ਅਦਾ ਕਰੀਦਾ, ਇਹ ਹੀ ਸਭ ਤੋਂ ਵੱਡੀ ਅੱਛੀ ਗੱਲ ਹੈ। ਤੇ ਜਿੰਨੀ ਤੌਫੀਕ ਹੋਵੇ ਜੋ ਵੀ ਉੱਥੇ ਕੋਈ ਚੀਜ਼ ਲੈ ਕੇ ਛੋਟੇ ਬੱਚਿਆਂ ਨੂੰ ਤਕਸੀਮ ਕਰ ਦੇ ਕਰੋ, ਠੀਕ ਉਹ ਇਸ ਤੋਂ ਅੱਛੀ ਗੱਲ ਕਿਹੜੀ। ਜੁਮੇਰਾਤ ਨੂੰ ਜੁਮੇ ਦਾ ਦਿਨ ਤੇ ਰੱਖ ਲਵੋ ਤੇ ਸਭ ਤੋਂ ਬਿਹਤਰ ਹੈ ਨਾ ਕਿ ਜਿਹੜੇ ਫੈਮਿਲੀ 'ਚ ਬਜ਼ੁਰਗ ਟੁਰ ਗਏ ਨੇ ਜਾਂ ਕੋਈ ਮਾਮਲਾਤ ਰੂਹਾਂ ਘਰ ਆਉਂਦੀਆਂ ਨੇ ਇਸ਼ਾ ਦੀ ਨਮਾਜ਼ ਤੱਕ ਉਹ ਸਾਡੇ ਨਾਲ ਅੱਗੇ ਪਿੱਛੇ ਮਿੰਨਤਾਂ ਕਰ ਰਹੀਆਂ ਨੇ ਕਿ ਫਾਤਿਹਾ ਪੜ੍ਹ ਕੇ ਬਖਸ਼ ਦਿਓ, ਸਦਕਾ ਦੇ ਦਿਓ, ਨਮਾਜ਼ ਪੜ੍ਹ ਕੇ ਬਖਸ਼ ਦਿਓ, ਉਹਨਾਂ ਦੇ ਨਾਮ ਤੇ ਚੀਜ਼ ਵੰਡ ਕੁਛ ਵੀ ਦੇ ਦਿਓ। ਉਹ ਫਿਰ ਜਦੋਂ ਇਸ਼ਾ ਦੀ ਨਮਾਜ਼ ਤੋਂ ਬਾਅਦ ਅੱਲਾ ਦੀ ਬਾਰਗਾਹ 'ਚ ਪੇਸ਼ ਹੁੰਦੀਆਂ ਨਾ, ਲਾਈਨ ਕਤਾਰ ਲੱਗਦੀ ਬਕਾਇਦਾ, ਫਰਿਸ਼ਤੇ ਉਹਨਾਂ ਨੂੰ ਹਰ ਰੂਹ ਕੋਲੋਂ ਪੁੱਛਦੇ ਨੇ ਵੀ ਤੂੰ ਕੀ ਲੈ ਕੇ ਆਈ ਹੈ, ਤੂੰ ਕੀ। ਤੇ ਜਿਹੜੀਆਂ ਰੂਹਾਂ ਖਾਲੀ ਜਾਂਦੀਆਂ ਨੇ ਨਾ ਉਹ ਉਹਨਾਂ ਦਾ ਕਾਸਾ ਖਾਲੀ ਹੁੰਦਾ ਰੋਂਦੀਆਂ ਨੇ ਉੱਥੇ ਅੱਲਾ ਦੀ ਬਾਰਗਾਹ 'ਚ। ਫਿਰ ਬਾਅਦ ਕੁਦਰਤ ਆਉਂਦੀ ਹੈ ਵੀ ਕੀ ਮਸਲਾ ਹੈ ਕਿ ਉਹ ਤੇਰੇ ਪਿੱਛੇ ਕੋਈ ਘਰ ਵਾਲਿਆਂ ਨੇ ਕੀ ਤੇਰੇ ਨਾਲ ਕਿ ਉਹ ਰੂਹ ਰੋਂਦੀ ਕਹਿੰਦੀ ਕਿ ਮੈਨੂੰ ਭੁਲਾ ਦਿੱਤਾ ਉਹਨਾਂ ਨੂੰ, ਭੁੱਲ ਗਏ ਨੇ। ਫਿਰ ਉਹ ਰੂਹ ਬਦਦੁਆ ਕਰਦੀ ਕਿ ਮੇਰੀ ਜਗ੍ਹਾ ਤੇ ਜਲਦ ਤੋਂ ਜਲਦ ਆਣ, ਇਹਨਾਂ ਨੂੰ ਸਾਹਸ ਹੋਏ ਵੀ ਇੱਥੇ ਮਾਮਲਾਤ ਕੀ ਨੇ। ਤੇ ਜਿਹੜੀ ਰੂਹ ਘਰੋਂ ਖਾਲੀ ਨਹੀਂ ਜਾਂਦੀ ਉਹ ਅੱਲਾ ਦੀ ਬਾਰਗਾਹ 'ਚ ਦੁਆ ਕਰਦੀ ਵੀ ਮੇਰੇ ਅੱਲਾ ਇਹਨਾਂ ਨੂੰ ਰਿਜ਼ਕ ਜ਼ਿਆਦਾ ਦੇ, ਇਹਨਾਂ ਨੂੰ ਉਮਰ ਲੰਬੀ ਦੇ, ਤੰਦਰੁਸਤੀ ਸਿਹਤ। ਫਿਰ ਅੱਲਾ ਦੀ ਤਰਫੋਂ ਆਵਾਜ਼ ਆਉਂਦੀ ਹੈ ਵੀ ਤੈਨੂੰ ਕੀ ਫਾਇਦਾ ਹੈ। ਉਹ ਰੂਹ ਫਿਰ ਬੜਾ ਰਾਜ਼ੀ ਹੋ ਕੇ ਖੁਸ਼ ਹੋ ਕੇ ਕਹਿੰਦੀ ਹੈ ਵੀ ਮੈਂ ਹਰ ਦਫਾ ਹਰ ਜੁਮੇ ਜਿਸ ਵਕਤ ਵੀ ਘਰ ਗਈ ਹਾਂ ਮੇਰੇ ਘਰ ਵਾਲਿਆਂ ਮੈਨੂੰ ਯਾਦ ਰੱਖਿਆ, ਕਦੇ ਉਹਨਾਂ ਮੇਰੇ ਨਾਂ ਤੇ ਸਦਕਾ ਦੇ ਦਿੱਤਾ, ਕਦੇ ਉਹਨਾਂ ਫਾਤਿਹਾ ਪੜ੍ਹ ਕੇ ਬਖਸ਼ਦੀ, ਵੀ ਮੈਂ ਖਾਲੀ ਨਹੀਂ ਆਈ। ਠੀਕ ਹੈ। ਤੇ ਇਸ ਲਈ ਜੇ ਅਗਰ ਇਹਨਾਂ ਨੂੰ ਰਿਜ਼ਕ ਮਿਲੇਗਾ ਜ਼ਿਆਦਾ ਜਾਂ ਜ਼ਿੰਦਗੀ ਜ਼ਿਆਦਾ ਮਿਲੇਗੀ, ਇਹ ਜਿਹੜੇ ਮੇਰੇ ਐਬ ਨੇ ਉਹ ਛੁਪਾ ਲੈਣਗੇ। ਅਗਰ ਕੋਈ ਕਮੀ ਪੇਸ਼ੀ ਹੈ ਗਲਤੀ ਤੇ ਉਹ ਮੇਰੀ ਕੰਮ ਰੂਹਾਂ ਨੂੰ ਅੱਲਾ ਨੇ ਜ਼ਾਦ ਕਿਉਂ ਕਿਆਮਤ ਤੱਕ ਟਾਈਮ ਕਿਉਂ ਦਿੱਤਾ ਹੈ, ਇਹੋ ਹੀ ਵਜ੍ਹਾ ਹੈ ਕਿ ਉਹਨਾਂ ਕੋਲੋਂ ਜ਼ਿੰਦਗੀ 'ਚ ਅਗਰ ਕੋਈ ਕਮੀ ਪੇਸ਼ੀ ਜਾਂ ਕਿਸੇ ਦਾ ਲੈਣ ਦੇਣ ਹੈ ਤੇ ਉਸ ਅਸੀਂ ਔਲਾਦ ਦਾ ਜਾਂ ਰਿਸ਼ਤੇਦਾਰਾਂ ਦਾ ਹੱਕ ਹੈ ਕਿ ਉਹਨੂੰ ਯਾਦ ਕਰਕੇ ਤੇ ਉਹਦੇ ਨਾਮ ਤੇ ਜਾ ਰਿਹਾ ਜੇ 5 ਰੁਪਏ ਸਦਕਾ ਦੇ ਦਿਓ ਉਹਨਾਂ ਦੇ ਨਾਮ ਤੇ, ਕਿਤੇ ਸਫ਼ਰ 'ਚ ਜੇ ਦਿਲ 'ਚ ਹੀ ਫਾਤਿਹਾ ਪੜ੍ਹ ਕੇ ਬਖਸ਼ ਦਿਓ ਉਹਨਾਂ ਦੇ ਨਾਂ ਤੇ। ਮਤਲਬ ਕੁਛ ਵੀ ਛੋਟੇ ਤੋਂ ਛੋਟਾ ਵੀ ਕਰੋਗੇ ਨਾ ਉਹਨਾਂ ਲਈ ਬਹੁਤ ਵੱਡਾ ਹੈ। ਉਹ ਸੂਰਤ ਫਾਤਿਹਾ ਪੜ੍ਹਨ ਤੇ ਕਿੰਨੀ ਦੇਰ ਲੱਗਦੀ ਹੈ, ਜ਼ਿਆਦਾ ਤੋਂ ਜ਼ਿਆਦਾ 2 ਮਿੰਟ ਲੱਗਦੇ। ਠੀਕ ਹੈ। ਤੇ ਅਸੀਂ ਵੈਸੇ ਵੀ ਤੇ ਨਾਮ ਤੇ ਜੇ ਅਸੀਂ ਡੇਲੀ ਜ਼ਿਆਦਾ ਨਹੀਂ ਤੇ ਇੱਕ ਦਫਾ ਹੀ ਪੜ੍ਹ ਕੇ ਜਮ੍ਹਾਂ ਕਰਦੇ ਰਹੀਏ ਤੇ ਜੁਮੇ ਵਾਲੇ ਦਿਨ ਅਸੀਂ ਸਾਰੇ ਆਪਣੇ ਬਜ਼ੁਰਗਾਂ ਦਾ ਨਾਮ ਲੈ ਕੇ ਤੇ ਉਹ ਦੇ ਦਈਏ ਤੇ ਸਾਡੇ ਘਰ ਤੇ ਰਹਿਮਤਾਂ ਨਹੀਂ ਹੋ ਜਾਣਗੀਆਂ। ਉਹ ਸਾਰੀਆਂ ਰੂਹਾਂ ਰਾਜ਼ੀ ਜਾਂਦੀਆਂ ਨੇ ਅੱਲਾ ਦੀ ਬਾਰਗਾਹ 'ਚ। ਉਹ ਗੱਲ ਮੈਂ ਤੇ ਰੋਜ਼ਾਨਾ ਸੂਰਤ ਫਾਤਿਹਾ 2 ਮਰਤਬਾ ਪੜ੍ਹ ਕੇ ਨਾ 5 ਦਿਨ ਦੇ ਬਾਅਦ ਘਰਾਣੇ ਦੇ ਹਦੀਆਤਾਂ ਕਰਨੀ ਹੈ। ਸੂਰਤੁਲ ਕੌਸਰ, ਸੂਰਤੁਲ ਖਲਾਸ 5 ਮਰਤਬਾ। ਵੱਡੀ ਮੁਸ਼ਕਿਲ ਵੀ ਪੜ ਕੇ ਸੀ 5 ਦਿਨ ਦੇ ਘਰਾਣੇ ਤੇ ਕਰਨੀ ਨਾ ਤੇ ਫਿਰ ਉਸ ਤੋਂ ਬਾਅਦ ਆਪਣੇ ਸਾਲੇ ਸਵਾਬ ਵਾਸਤੇ, ਅੱਬੂ ਵਾਸਤੇ, ਭਰਾ ਵਾਸਤੇ ਮੈਂ ਪੜ੍ਹ ਕੇ ਤੇ ਫਿਰ ਬਾਅਦ ਚੋਂ ਹਦੀਆ ਕਰ ਦੇਵਾਂ ਕਰਾਂਗੀ। ਹੁਣ ਬਿਲਕੁਲ ਅੱਛੀ ਗੱਲ ਹੈ, ਤੁਸੀਂ ਉਹਨੂੰ ਜਮ੍ਹਾਂ ਕਰੋ ਹਰ ਜੁਮੇ ਦੇ ਜੁਮੇ। ਜੋ ਘਰ ਆਉਂਦੀ ਹੈ ਉਹ ਖਾਲੀ ਨਾ ਜਾਏ, ਉਹ ਵੀ ਸਾਡੇ ਲਈ ਦੁਆ ਕਰਨ, ਦੁਆ ਕਰੇਗੀ, ਬਹੁਤ ਜ਼ਿਆਦਾ ਕਰੇਗੀ ਕਿ ਉਹ ਤੁਹਾਡੇ ਘਰ ਕੋਈ ਇੱਥੇ ਮੰਗਣ ਵਾਲਾ ਆ ਜਾਏ ਤੇ ਅਸੀਂ ਉਹਨੂੰ ਖਾਲੀ ਨਹੀਂ ਮੋੜਨਾ ਪਵੇ, ਰੁਪਈਏ ਜੋਗੀਆਂ ਦੇਵਾਂਗੇ। ਠੀਕ ਹੈ। ਤੇ ਇਸੇ ਤਰ੍ਹਾਂ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਰੇਂਜ 'ਚ ਬਿਠਾ ਲਈਏ ਤੇ ਜਿਸ ਤਰ੍ਹਾਂ ਰੂਹਾਂ ਆ ਰਹੀਆਂ ਨੇ ਘਰ ਦੇ ਵਿੱਚ, ਅਸੀਂ ਉਹਨਾਂ ਨੂੰ ਕੋਈ ਨਾ ਇੱਕ ਚੀਜ਼ ਦੇ ਕੇ ਭੇਜੀਏ ਤਾਂ ਕਿ ਉਹ ਖਾਲੀ ਨਾ ਲੁੱਟਣ।
ਬਾਅਦ ਦਫਾ ਬਜ਼ੁਰਗਾਂ ਨੇ ਇੰਨੀ ਮਿਹਨਤ ਕੀਤੀ ਹੁੰਦੀ ਹੈ, ਬੱਚਿਆਂ ਦੇ ਪੈਸਾ, ਘਰ, ਗੱਡੀ, ਬੰਗਲਾ, ਪਤਾ ਨਹੀਂ ਕੀ ਕੁਛ ਹੁੰਦਾ ਹੈ, ਤੇ ਜਿਵੇਂ ਹੀ ਉਹ ਦੁਨੀਆ ਦੀ ਨਜ਼ਰ ਤੋਂ ਪਰਦਾ ਫਰਮਾਉਂਦੇ ਨੇ ਤੇ ਬੱਚਿਆਂ ਨੇ ਫਾਤਿਹਾ ਪੜ੍ਹਨੀ ਵੀ ਛੱਡ ਦਿੰਦੇ ਨੇ, ਬਿਲਕੁਲ ਸਾਡੇ ਨਹੀਂ ਜਾਂਦੇ। ਤੇ ਉਹਨਾਂ ਲੋਕਾਂ ਨੂੰ ਤਕਲੀਫ ਨਹੀਂ ਹੁੰਦੀ ਹੋਏਗੀ, ਉਹ ਕੀ ਘਰ ਬਾਹਰ ਰਹਿਣਗੇ, ਨਹੀਂ ਉੱਜਣਗੇ, ਉਹ ਅੱਲਾ ਦੀ ਬਾਰਗਾਹ 'ਚ ਇਲਤਜਾ ਕਰਨਗੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਮੇਰੇ ਕੋਲ ਪਹੁੰਚਾ, ਤਾਂ ਕਿ ਇਹ ਵੀ ਮੇਰੀ ਜਗ੍ਹਾ ਤੇ ਮੁਹਤਾਜ ਹੋਣ। ਇਹਨਾਂ ਨੂੰ ਪਤਾ ਚੱਲੇ ਵੀ ਇੱਥੇ ਅਜਰ ਕੀ ਹੈ, ਇੱਕ ਖਾਲੀ ਦੁਆ ਦਾ ਲਫ਼ਾਜ਼ ਨਾਲ ਕਹਿ ਦੇਣਾ। ਪਰ ਇਹ ਆਲਮ ਦੀਨ ਦਾ ਕੰਮ ਹੈ ਕਿ ਹਰ ਜੁਮੇ ਦੇ ਖਿਤਾਬ 'ਚ ਲੋਕਾਂ ਨੂੰ ਦੱਸਣ ਕਿ ਲੋਕਾਂ ਨੂੰ ਨਹੀਂ ਇਲਮ ਤੇ ਲੋਕ ਅਮਲ ਕਰਨ। ਬਰਲ ਇਹਨਾਂ ਚੀਜ਼ਾਂ ਨੂੰ ਕੋਈ ਛੇੜਦਾ ਹੀ ਨਹੀਂ, ਦਾ ਇਸ ਪਾਸੇ ਹੀ ਨਹੀਂ ਜਾਂਦਾ। ਜਿਹਨੂੰ ਤੁਸੀਂ ਹੱਕ ਦੀ ਗੱਲ ਕਹੋਗੇ ਉਹ ਤੁਹਾਡੇ ਨਾਲ ਸਲਾਮ ਲੈਣਾ ਛੱਡ ਜਾਏਗਾ। ਲੋਕ ਕਹਿੰਦੇ ਨੇ ਕਿ ਇਹ ਕਿਹੜਾ ਦੌਰ ਜਾ ਰਿਹਾ ਤੇ ਪੁਰਾਣੀਆਂ ਗੱਲਾਂ ਤੇ ਇਹ ਨਿਜ਼ਾਮ ਛੱਡੋ, ਕਿਧਰੇ ਬਸ ਖਾਓ ਪੀਓ ਤੇ ਜਾਓ। जैसे कार्ड जो भी पढ़ना कि पहले 50 ਤੇ 12 ਦੇ ਤੇ ਉਸ ਤੋਂ ਬਾਅਦ ਇਹ ਸਾਲੇ ਸਵਾਬ ਵਾਸਤੇ ਆਪਣੀ ਕਾਰਡ ਦੀ ਜਿਹੜੇ ਫੋਟ ਹੋਏ ਹੁੰਦੇ ਨੇ ਬਿਲਕੁਲ ਇਹ ਚੀਜ਼ਾਂ ਜ਼ਰੂਰੀ ਨਹੀਂ ਹੈ। ਤੇ ਸਰਕਾਰ ਕਿੰਨੀ ਕੁ ਦੇਰ 'ਚ ਸਾਡਾ ਦੋਨਾਂ ਭੈਣਾਂ ਦਾ ਮਸਲਾ ਹੱਲ ਹੋ ਜਾਏਗਾ ਘਰ ਵਾਲਾ? ਜਲਦੀ ਤੋਂ ਜਲਦੀ ਹੋਏਗਾ ਪੁੱਤਰ, ਇਨਸ਼ਾਅੱਲਾ ਤੁਹਾਡੀ ਸੋਚ ਨਾਲੋਂ ਜ਼ਿਆਦਾ ਜਲਦੀ ਹੋਏਗਾ। ਪਰ ਦਿਨ ਜਾਂ ਟਾਈਮ ਨਾ ਇਹ ਫਿਰ ਆ ਜਾਂਦਾ ਸ਼ੈਤਾਨੀ ਨਹੀਂ ਨਹੀਂ ਸਰਕਾਰ ਸਾਨੂੰ ਨਹੀਂ ਚਾਹੀਦਾ time, ਠੀਕ ਹੈ ਜਿਹੜਾ ਮਾਮਲਾ ਤੇ ਕੰਮ ਅੱਲਾ ਦੀ ਦਾਤ ਨੇ ਤੇ ਜਿਸ ਤਰ੍ਹਾਂ ਇੱਕ ਬੰਦਾ ਚੈਲੰਜ ਜਾਂ ਜ਼ਿੱਦਬਾਜ਼ੀ ਨਹੀਂ ਹੁੰਦੀ, ਉਹ ਨਿਜ਼ਾਮ ਇੰਜ ਦਾ ਕੰਮ ਆਪਾਂ ਨਹੀਂ ਕਰਦੇ। ਨਿਜ਼ਾਮ ਪਤਾ ਵੀ ਹੈ ਨਾ ਵੀ ਅਗਲੇ 5 ਮਿੰਟ ਬਾਅਦ ਹੋ ਜਾਣਾ ਕੰਮ, ਤੇ ਅਗਲੇ ਬੰਦੇ ਨੂੰ ਸਿਰਫ ਫਕਤ ਦੁਆ ਤੇ ਰੱਖਿਆ, ਠੀਕ ਹੈ, ਕਿ ਜਿਹੜਾ ਦੁਆ ਨਾਲ ਕੰਮ ਹੋ ਜਾਣਾ ਨਾ ਉਹਦਾ ਅਸਰ ਹੋ ਰਿਹਾ। ਤੇ ਸਹੀ ਜਿਹੜਾ ਅਸੀਂ ਜ਼ਬਰਦਸਤੀ ਕਰਕੇ ਲੈਣਾ ਹੈ, ਮਿਸਾਲ ਦੇ ਤੌਰ ਤੇ ਕਿਸੇ ਬੰਦੇ ਨੂੰ ਕੋਈ ਨਸ਼ਾ ਕਰਦਾ, ਅਸੀਂ ਉਹਨੂੰ ਉਹ 1 ਗੋਲੀ ਖਾਂਦਾ ਹੈ ਤੇ 10 ਗੋਲੀਆਂ ਲੈ ਦਈਏ, ਠੀਕ ਹੈ, ਉਹਦੇ ਲਈ ਤਾਂ ਮਸਲਾ ਹੱਲ ਹੋ ਗਿਆ ਨਾ ਉਹਦਾ ਨਿਜ਼ਾਮ। ਉਹ ਜਿੰਨੇ ਦਿਨ ਆਪਣਾ ਇਸਤੇਮਾਲ ਕਰੇਗਾ ਉਹ ਇਦਾਂ ਹੀ ਹੈ, ਤੇ ਜਦੋਂ ਖਤਮ ਹੋ ਜਾਣਗੀਆਂ ਉਹ ਡਿੱਗ ਪਏਗਾ ਬਿਲਕੁਲ ਹੀ। ਉਹ ਤੇ ਪਹਿਲੇ ਹਾਲ ਤੋਂ ਵੀ ਗਿਆ ਨਾ। ਇਸ ਲਈ ਜ਼ਰੂਰੀ ਉਹ ਹੁੰਦਾ ਹੈ ਪਾਏਦਾਰ ਔਰ ਜ਼ਿਆਦਾ ਦੇਰ ਤੱਕ ਚੀਜ਼ ਜਿਹੜੀ ਚੱਲਣ ਵਾਲੀ ਹੈ ਉਹ ਕੰਮ ਕਰਨਾ ਚਾਹੀਦਾ, ਨਾ ਕਿ ਆਦੀ ਕੀਤਾ ਜਾਏ। ਕਿ ਆਦੀ ਹੋ ਜਾਏ 10 ਦਿਨਾਂ ਬਾਅਦ ਫਿਰ ਮਸਲਾ ਹੋਵੇ ਬਣਿਆ ਹੋਵੇ ਤੇ ਉਹ ਕਹਿੰਦੀ ਇੰਜ ਤੋਂ ਫਿਰ ਤੁਸੀਂ ਵੀ ਹੈ ਹੁਣ ਕੀ ਹੋ ਗਿਆ, ਫਿਰ ਮੈਂ ਤੁਹਾਨੂੰ ਆਖਾਂ ਵੀ ਹੁਣ ਇਹ ਕਰੀਏ ਤੇ ਇੰਜ ਫਲਾਨੀ ਚੀਜ਼ ਦਾ ਖਰਚਾ ਕਰੋ ਤੇ ਫਲਾਨੀ ਦਾ, ਉਹਦਾ ਤੇ ਫਾਇਦਾ ਹੀ ਨਹੀਂ। ਕੰਮ ਕਰਨਾ ਹੈ ਤੇ ਇੱਕੋ ਦਫਾ ਹੀ ਜ਼ਿੰਮੇਦਾਰੀ ਨਾਲ ਕਰਨਾ ਚਾਹੀਦਾ। ਨਹੀਂ ਕਰਨਾ ਤੇ ਅਗਲੇ ਬੰਦੇ ਨੂੰ ਜਵਾਬ ਦੇ ਦਿਓ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ। ਲਾਰਾ ਤੇ ਜਿਹੜੀ ਗਲਤ ਬਿਆਨੀ ਉਹ ਆਪਣੀ ਕਬਰ ਤੇ ਅਜ਼ਾਬ ਹੈ। ਔਰ ਅੱਜ ਤਕਰੀਬਨ ਹਰ ਦੂਸਰਾ ਪੀਰ ਹੈ ਜਿਹੜਾ ਕੰਮ ਹੀ ਇਹ ਕਰ ਰਿਹਾ। ਅਗਲੇ ਬੰਦੇ ਨੂੰ ਲਾਰਾ ਲਾ ਦੇਗਾ ਕਿ ਜੀ ਇੰਜ ਉਂਝ, ਤੇ ਫਿਰ ਤੇ ਕਰਨਾ ਨਹੀਂ ਦਾ। ਉਹ ਜ਼ਿੰਮੇਦਾਰੀ ਨਾਲ ਕਰਨ ਨਾ ਤੇ ਲੋਕਾਂ ਨੂੰ ਪੈਸਿਆਂ ਦੀ ਤਕਲੀਫ ਨਹੀਂ ਹੁੰਦੀ। ਪੈਸੇ ਲੈਂਦੇ ਜੇ ਚਲੋ ਤੁਸੀਂ ਲਵੋ, ਮਿਹਨਤ ਕਰਦੇ ਜੀ, ਪਰ ਅਗਲੇ ਬੰਦੇ ਦਾ ਮਸਲਾ ਤਕਲੀਫ ਤੇ ਦੂਰ ਕਰੋ। ਤਕਲੀਫ ਉਹ ਬੰਦਾ ਤੇ ਉਦੋਂ ਚੀਕੇਗਾ ਨਾ ਜਿਸ ਵਕਤ ਉਹਦੇ ਨਾਲ ਜ਼ਿਆਦਤੀ ਹੋਏਗੀ, ਵੀ ਸਾਰਾ ਕੁਝ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਹੋ ਗਿਆ ਤੇ ਐਂਡ ਤੇ ਜਾ ਕੇ ਫਿਰ ਕੰਮ ਵੀ ਨਾ ਕਰਨ। ਤੇ ਇਸ ਤਰ੍ਹਾਂ ਕੰਮ ਵੀ ਨਹੀਂ ਹੁੰਦੇ ਵੀ ਇੱਥੇ ਇਹ ਨਿਜ਼ਾਮ ਹੈ ਜੀ ਇਹ ਤੁਹਾਡੇ ਕਰਨ ਵਾਲਾ ਤੇ ਤੁਸੀਂ ਟੇਪ ਲੈ ਕੇ ਦੇ ਗਏ ਜੇ ਤੇ ਮੈਂ ਜਾ ਕੇ ਸੁੱਤਾ ਰਵਾਂ। ਨਹੀਂ, ਇਹ ਇੱਕ ਜ਼ਿੰਮੇਦਾਰੀ ਹੁੰਦੀ ਹੈ, ਪਿੱਛੇ ਬੈਠ ਕੇ ਪੜ੍ਹਾਈ ਕਰਨੀ ਪੈਂਦੀ, ਟਾਈਮ ਕੱਢਣਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ। ਇੱਥੇ ਆ ਕੇ ਤੇ ਗੱਡੀ ਰਹਿ ਜਾਂਦੀ ਕਿ ਆਪਣੀ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਨੇ ਤੇ ਅਗਲੇ ਬੰਦੇ ਲਈ ਟਾਈਮ ਨਹੀਂ। ਜਦੋਂ ਸਾਹਮਣੇ ਆ ਗਿਆ ਤੇ ਟਾਈਮ ਹੈ, ਪਿੱਛੇ ਪਤਾ ਹੀ ਨਹੀਂ ਪੀਰ ਰਨ ਵੀ ਕੌਣ ਆਇਆ ਤੇ ਕੌਣ ਗਿਆ, ਤੇ ਉਹ ਫਿਰ ਕੰਮ ਨਹੀਂ ਇਸ ਤਰ੍ਹਾਂ ਚੱਲਦੇ। है वे काम मेहनत साला थोड़ा करांगे इंशाल्लाह, अल्लाह ताला खैर करेगा। बिस्मिल्लाहिर्रहमानिर्रहीम लिखमसा तवफा खारल वबाल फातिमा अल मुस्तफा वल मुर्तदा वल फातिमा मसले अला मुहम्मद व अला मुहम्मद। बिस्मिल्लाहिर्रहमानिर्रहीम ना तेरी में बदल जाए तजो अला फिला जान से अंदर में देखा या अल्लाह वाबिन मुक्तिका या मुहम्मद सल्लल्लाहु अलैहि वसल्लम वाबे वलायतिका या अलियो
नादे अली मदहर जैब तजिदुहु नलक फी अलनवाब कुल्लुहुम गम से अंजलि बेअज़म तेरा या अल्लाह वाबिन का या मुहम्मदु सल्लल्लाहु अलैहि वाबे वलायते का या अलियो नादे अली मदहर जैब तजिदुहु नलक फी अलनवाब कुल्लुहुम गम से अंजलि बेअज़म तेरा या अल्लाह वाबिन तेका या मुहम्मदु वाबे वलायते का या अलियो जी अपना नाम बोल गुजारना वालदा का नाम ज़्यादा भी नहीं। कितने पहना हो 4 तेरा की नाम है पूरा मेरा गुजारना। बिल्कुल नॉर्मल है हाँ जी। कोई चीज़ नज़र तो नहीं आई पढ़ाई के दौरान के कोई मसला नहीं आज कोई नजर नहीं है उदी गल से। बिल्कुल ठीक है हाँ जी। और इसके अलावा कोई मसला तो नहीं होया दाम के दौरान नहीं या कोई वैसे ही झलक लगी हो कोई चीज़ गुजरती है या कोई निज़ाम कोई नज़दीक तो नहीं आई आज मैं कुछ भी नजर नहीं आया। वेरी गुड ठीक है लेकिन यार जो ਹੁਣ ਮਸਲਾ ਸਿਰਫ ਰਹਿ ਗਿਆ ਤੇਰਾ ਜਿਹੜਾ ਕੰਨ 'ਚ ਹਵਾ ਵੱਜਦੀ ਹੁੰਦਾ ਤੇ ਘਰੋਂ ਬਾਹਰ ਨਿਕਲ ਗਈ घरों बाहर निकलेंगे दिन में आके ला जाएंगे ऐसा ਕਰ तो ਲੈਣਾ ठीक है। ਕਰ ਲੈਣਾ ਇੱਧਰ ਇੰਜੇ ਹੋ ਮੇਰੇ ਵਾਲੀ ਸਾਈਡ ਕਿਹੜੇ ਕੰਨ 'ਚ ਫੂਕ ਵੱਜਦੀ ਹੈ ऐसे काले ऐसे दिमाग के अंदर ऐसे भूख बाजी नहीं ਹਾਂਜੀ है वाल सारे उड़े जाने ਸਾਰੇ ਵਾਲ है कर दो बीच चल जाने ਇੱਥੇ ਆਪਾਂ ਇਨਸ਼ਾਅੱਲਾ ਬੜਾ ਲਾ ਦੇਣਾ ਨਹੀਂ ਵੱਜੇ ਬਿਸਮਿਲ੍ਲਾ जी खाला को दे जमाजवानों हमने दिया उसको बेशर मरुंडा चने दाल वाली बेचक खा दे मरुंडे दी टिक्की दी गड्डी दी टिक्की बेशर किनी वधिया किनी साफ सुथरे चावलों दी किनी जेड़े भरा खा रहे ने इन्हां को पूछ लो पूछ के तसल्ली करके फिर हर रोज वाली बात से बड़ा वधिया साफ पूरा स्पेशल थोड़ा मोटा चने की दाल वाली गटक साफ सुथरे चावलों में पिनियां तैयार कर
ਚਲੋ।